ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਸੁਨਤ ਨਿਹਾਰੇ ਸਕਲ ਸੈਨਾ, ਜੇ ਚੰਨੇ ਮਹਾਨ। ਬਰਨ ਬਰਨ ਕੀ ਵੈਰਖਾ, ਨਿਜ ਨਿਜ ਅਵ ਅਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕੇ ਕਮਾਲ, ਵਾਲੀਏ ਕੁਲ ਆਲਮ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ 10 ਗੁਰੂ ਸਾਹਿਬਾਨ ਦੀ ਆਤਮਿਕ ਜੋਤ
ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਹਰਟਾ ਸਾਹਿਬ ਵਿਖੇ ਨਿਤ ਦੀ ਮਰਿਆਦਾ ਦੇ ਅਨੁਸਾਰ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਆਰੰਭ ਦੇ ਵਿੱਚ ਗੁਰ ਇਤਿਹਾਸ ਸਰਵਣ ਕਰਦੇ ਹਾਂ। ਉਪਰੰਤ ਗੁਰਬਾਣੀ ਦਾ ਕੀਰਤਨ ਔਰ ਰਹਿਰਾਸ ਸਾਹਿਬ ਜੀ ਦੇ ਜਾਪ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਕੀਤੇ ਜਾਂਦੇ ਹਨ। ਸਤਿਗੁਰੂ ਜੀ ਰਹਿਮਤ ਕਰਨ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਰਹੀ ਹੈ। ਬਾਹਰ ਸਫਾਈ ਦੀ ਸੇਵਾ ਚੱਲ ਰਹੀ ਹੈ। ਗਰੀਬ ਨਿਵਾਜ ਬਖਸ਼ਿਸ਼ ਕਰਨ ਆਓ। ਜਿੱਥੇ ਜਿੱਥੇ ਵੀ ਆਪ ਜੀ ਬੈਠੇ ਹੋਏ ਹੋ, ਸੇਵਾ ਕਰ ਰਹੇ ਹੋ, ਜਾਂ ਬਹੁਤ ਗੁਰਮੁਖ ਪਿਆਰੇ ਕਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਤਕਰੀਬਨ 1000 ਦੀ ਗਿਣਤੀ ਦੇ ਵਿੱਚ ਕਈ ਵਾਰ ਸੰਗਤ ਇਹ ਇਤਿਹਾਸ ਇੱਥੋਂ ਦਾ ਲਾਈਵ ਸਰਵਣ ਕਰਦੀ ਹੈ। ਸੋ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ, ਭਾਵਨਾ ਸਹਿਤ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ 'ਤੇ ਬੈਠੇ ਹਾਂ ਔਰ ਸਤਿਗੁਰਾਂ ਦਾ ਹੀ ਲੜੀਵਾਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਜਿਹੜਾ ਤੀਸਰਾ ਜੰਗ ਹੈ, ਉਹਦਾ ਲੜੀਵਾਰ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ ਤੇ ਰੋਜ਼ਾਨਾ ਹਾਜ਼ਰੀ ਭਰਨ ਵਾਲੀ ਸੰਗਤ ਇਹ ਵਿਸਥਾਰ ਸਹਿਤ ਜਾਣਦੀ ਹੈ ਕਿ ਜਦੋਂ ਦੇ ਬਾਬਾ ਬਿਧੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਲਾਹੌਰ ਕਿਲ੍ਹੇ ਦੇ ਵਿੱਚੋਂ ਬਾਦਸ਼ਾਹ ਸ਼ਾਹਜਹਾਨ ਦੇ ਕਿਲ੍ਹੇ ਦੇ ਵਿੱਚੋਂ ਗੁਰੂ ਕੇ 2 ਘੋੜੇ ਦਿਲਬਾਗ ਤੇ ਗੁਲਬਾਗ ਕੱਢ ਕੇ ਲੈ ਕੇ ਆਂਦਾ ਹੈ, ਉਦੋਂ ਤੋਂ ਹੀ ਬਾਦਸ਼ਾਹ ਬਹੁਤ ਗੁੱਸੇ ਦੇ ਵਿੱਚ ਆ ਗਿਆ ਤੇ ਉਹਨੇ ਇੱਕ ਵੱਡੀ ਸੈਨਾ ਭੇਜ ਦਿੱਤੀ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ 'ਤੇ ਹਨ। ਉੱਥੇ ਮਹਾਰਾਜ ਦੇ ਕੋਲ ਇੱਕ ਤਲਾਬ ਹੈ ਜਿੱਥੇ ਸਤਿਗੁਰੂ ਜੀ ਦੀ ਵੱਡੀ ਸੈਨਾ ਬੜੇ ਸੁੰਦਰ ਢੰਗ ਦੇ ਨਾਲ ਮੋਰਚਾਬੰਦੀ ਕੀਤੀ ਹੋਈ ਹੈ। ਉੱਥੇ ਬਾਦਸ਼ਾਹ ਦੀ 35,000 ਦੀ ਵੱਡੀ ਫੌਜ ਲੱਲਾ ਬੇਗ ਦੀ ਅਗਵਾਈ ਦੇ ਵਿੱਚ ਆਈ ਹੈ। ਇਹਨਾਂ ਨੇ ਬੜੀ ਚਤੁਰਾਈ ਦੇ ਨਾਲ ਰਾਤ ਵੇਲੇ ਗੁਰੂ ਕੇ ਸਿੱਖਾਂ 'ਤੇ ਹਮਲਾ ਕੀਤਾ ਹੈ, ਪਰ ਗੁਰੂ ਕੇ ਸਿੱਖ ਅੱਗੋਂ ਤਿਆਰ ਬਰ ਤਿਆਰ ਸਨ, ਉਡੀਕ ਦੇ ਵਿੱਚ ਸਨ, ਜਿਨ੍ਹਾਂ ਨੇ ਇਤਨੀ ਖੂਬਸੂਰਤੀ ਦੇ ਨਾਲ ਅੱਗੋਂ ਜਵਾਬ ਦਿੱਤਾ ਹੈ ਕਿ ਰਾਤੋਂ ਰਾਤ ਜਿਹੜੇ ਇਹ ਕਹਿ ਰਹੇ ਸਨ ਕਿ ਦਿਨ ਨਹੀਂ ਚੜ੍ਹਨ ਦੇਣਾ ਗੁਰੂ ਕੇ ਸਿੱਖਾਂ ਦਾ, ਉਹਨਾਂ ਦੀ ਆਪਣੀ ਫੌਜ 35,000 ਦੇ ਵਿੱਚੋਂ 25,000 ਜਿਹੜੀ ਸੈਨਾ ਹੈ ਉਹ ਰਾਤੋਂ ਰਾਤ ਹੀ ਖਤਮ ਹੋ ਗਈ ਹੈ। ਹੁਣ ਲੱਲਾ ਬੇਗ ਏਡਾ ਵੱਡਾ ਨੁਕਸਾਨ ਕਰਵਾ ਕਰਕੇ ਤੇ ਆਪ ਜਦੋਂ ਪਿੱਛੇ ਹੋ ਕੇ ਬੈਠ ਗਿਆ ਹੈ ਤੇ ਇਹਦਾ ਜਿਹੜਾ ਭਰਾ ਕੰਬਰ ਬੇਗ ਜਿਹੜਾ ਅੱਗੇ ਹੋ ਕੇ ਲੜ ਰਿਹਾ ਸੀ, ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹ ਫਿਰ ਰਾਤ ਇੱਕ ਵਾਰੀ ਤਾਂ ਸਾਰੇ ਪਿੱਛੇ ਹਟ ਕੇ ਬੈਠ ਗਿਆ ਜਦੋਂ ਐਡਾ ਵੱਡਾ ਨੁਕਸਾਨ ਹੋਇਆ, ਤੇ ਜਦੋਂ ਦਿਨ ਚੜ੍ਹਿਆ ਹੈ ਤੇ ਆ ਕੇ ਸੈਨਿਕਾਂ ਨੇ ਲੱਲਾ ਬੇਗ ਨੂੰ ਕਿਹਾ, ਇੱਕ ਤਾਂ ਉਹਨਾਂ ਨੇ ਜੰਗ ਦੇ ਮੈਦਾਨ ਦਾ ਗੇੜਾ ਲਾਇਆ, ਹਾਲ ਚਾਲ ਦੇਖਿਆ ਤੇ ਲੱਲਾ ਬੇਗ ਨੂੰ ਜਾ ਕੇ ਦੱਸਿਆ ਕਿ ਸਾਡੇ
ਜਿਹੜੇ ਯੋਧੇ ਹਨ, ਇੰਨੇ ਢੰਗ ਦੇ ਨਾਲ, ਇੰਨੇ ਘੇਰਾ ਪਾ ਕੇ ਗੁਰੂ ਕੇ ਸਿੱਖਾਂ ਨੇ ਐਡਾ ਵੱਡਾ ਮੁਕਾਬਲਾ ਕੀਤਾ ਹੈ ਕਿ ਅਸੀਂ ਸੋਚਦੇ ਸੀਗੇ ਕਿ ਇੰਨੇ ਜਰਨੈਲ ਹੋ ਸਕਦਾ ਦਲ ਕੋਈ ਪਾਸੇ ਹੋ ਗਿਆ ਹੋਵੇ, ਕੋਈ ਇੱਧਰ ਹੋ ਗਿਆ ਹੋਵੇ। ਨਹੀਂ, ਉਹ ਤਾਂ ਜੰਗ ਦੇ ਮੈਦਾਨ ਦੇ ਵਿੱਚ ਸਾਰੇ ਧੜਾ ਧੜ ਉਹਨਾਂ ਦੇ ਹਥਿਆਰ, ਉਹਨਾਂ ਦੇ ਸਿਰ, ਉਹਨਾਂ ਦੇ ਸ਼ਸਤਰ ਇੱਧਰ ਉੱਧਰ ਪਏ ਹਨ। ਜਿਸ ਤਰ੍ਹਾਂ ਕਿਸੇ ਕਿਸਾਨ ਨੇ ਖੇਤ ਦੇ ਵਿੱਚ ਬੀਜ ਦਾ ਛੱਟਾ ਦਿੱਤਾ ਹੋਵੇ ਤੇ ਸਰੀਰ ਤੇ ਘੋੜਿਆਂ ਦੇ ਸਰੀਰ ਜੰਗ ਦੇ ਮੈਦਾਨ ਦੇ ਵਿੱਚ ਪਏ ਹਨ। ਅਸਲ ਦੇ ਵਿੱਚ ਗੁਰੂ ਕੇ ਸਿੱਖਾਂ ਦੀ ਤਿਆਰੀ ਬੜੀ ਤਗੜੀ ਸੀ, ਇਸ ਕਰਕੇ ਬਹੁਤ ਵੱਡਾ ਸਾਡਾ ਨੁਕਸਾਨ ਹੋਇਆ ਹੈ। ਦਿਨ ਚੜ੍ਹਿਆ ਸੀਗਾ ਤੇ ਦਿਨ ਚੜ੍ਹਦਿਆਂ ਰੋਜ਼ਾਨਾ ਦੀ ਤਰ੍ਹਾਂ ਜਿਹੜੇ ਨਾਲ ਲਾਂਗਰੀ ਜਾਂ ਹੋਰ ਕਈ ਜਾਂਦੇ ਹਨ, ਉਹ ਖਾਣਾ ਤਿਆਰ ਕਰਨ ਲੱਗੇ ਸਨ। ਪਰ ਕੰਵਰ ਬੇਗ ਤੇ ਹੋਰ ਜਰਨੈਲਾਂ ਨੇ ਲੱਲਾ ਬੇਗ ਨੂੰ ਆਖਿਆ ਕਿ ਇਹ ਹੁਣ ਜਿਹੜਾ ਸਮਾਂ ਹੈ ਇਹ ਛਕਣ ਛਕਾਉਣ ਦਾ ਨਹੀਂ ਰਿਹਾ। 25,000 ਦੀ ਸਾਡੀ ਫੌਜ ਪਹਿਲਾਂ ਖਤਮ ਹੋ ਚੁੱਕੀ ਹੈ, 10,000 ਦਾ ਜਿਹੜਾ ਸਾਡਾ ਦਲ ਬਚਿਆ ਹੋਇਆ ਹੈ, ਤੇ ਜੇ ਕਿਤੇ ਅਸੀਂ ਕੁਝ ਸਮਾਂ ਹੋਰ ਰੁਕ ਗਏ ਤੇ ਗੁਰੂ ਕੇ ਸਿੱਖਾਂ ਨੇ ਜਿਵੇਂ ਹੁਣ ਦਿਨ ਚੜ੍ਹ ਗਿਆ ਹੈ ਤੇ ਉਹਨਾਂ ਨੇ ਜੇਕਰ ਤਿਆਰੀ ਕਰਕੇ ਤੇ ਆ ਕੇ ਹਮਲਾ ਕਰ ਦਿੱਤਾ ਤੇ ਫਿਰ ਸਾਡੀ ਕੋਈ ਵਾਹ ਪੇਸ਼ ਨਹੀਂ ਚੱਲੇਗੀ। ਇਸ ਕਰਕੇ ਸਾਰਾ ਕੁਝ ਛੱਡ ਕੇ ਸਾਨੂੰ ਵੱਡੀ ਤਿਆਰੀ ਕਰਕੇ, ਤੇ ਇੱਕ ਤਾਂ ਹੁਣ ਦਿਨ ਚੜ੍ਹ ਗਿਆ ਹੈ, ਪਹਿਲਾਂ ਸਾਨੂੰ ਰਾਤ ਸੀਗੀ ਤੇ ਗੁਰੂ ਕੇ ਸਿੱਖਾਂ ਦੇ ਡੇਰੇ ਦਾ ਮੋਰਚਾਬੰਦੀ ਦਾ ਪਤਾ ਨਹੀਂ ਸੀ ਲੱਗਿਆ, ਤਾਂ ਨੁਕਸਾਨ ਹੋ ਗਿਆ ਹੈ। ਹੁਣ ਤਾਂ ਦਿਨ ਚੜ੍ਹ ਗਿਆ ਹੈ, ਹੁਣ ਆਪਾਂ ਵੱਡਾ ਦਲ ਲੈ ਕੇ ਚੱਲੀਏ ਤੇ ਇੱਕ ਠੰਡ ਵੀ ਘਟ ਗਈ ਹੈ ਰਾਤ ਦੇ ਨਾਲੋਂ। ਹੁਣ ਸਾਡੇ ਹੱਥਾਂ ਦੇ ਵਿੱਚ ਸ਼ਸਤਰ ਵੀ ਆ ਰਹੇ ਹਨ। ਰਾਤ ਨਾ ਤਾਂ ਗੋਲੀ ਦਾ ਨਿਸ਼ਾਨਾ ਲੱਗ ਰਿਹਾ ਸੀ ਤੇ ਨਾ ਖਿੱਚ ਕੇ ਤੀਰ ਚਲਾਏ ਜਾ ਰਹੇ ਸਨ। ਇਸ ਕਰਕੇ ਹੁਣ ਮੌਕਾ ਹੈ ਤੇ ਗੁਰੂ ਕੀ ਸਿੱਖ ਜਿਹੜੀ ਗੁਰੂ ਕੀ ਫੌਜ ਹੈ ਉਹਦੇ ਉੱਪਰ ਵੱਡਾ ਹਮਲਾ ਕਰੀਏ। ਲੱਲਾ ਬੇਗ ਆਪਣੇ ਜਰਨੈਲਾਂ ਦੀ ਜਿਹੜੀ ਇਹ ਸਲਾਹ ਹੈ ਉਹਨੂੰ ਚੰਗੀ ਲੱਗੀ ਹੈ ਕਿ ਭਾਈ ਠੀਕ ਹੈ, ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਇਹ ਲੱਲਾ ਬੇਗ 10,000 ਦੀ ਜਿਹੜੀ ਬਚੀ ਹੋਈ ਸੈਨਾ ਹੈ ਸਾਰੀ ਇਕੱਠੀ ਕਰ ਲਈ ਇੱਕੇ ਵਾਰ, ਤੇ ਖੁਦ ਆਪ ਕਮਾਨ ਕਰ ਰਿਹਾ ਹੈ, ਆਪ ਅਗਵਾਈ ਕਰ ਰਿਹਾ ਹੈ। ਤੇ ਇਹ ਜਰਨੈਲ ਨਾਲ ਲੈ ਕਰਕੇ ਵੱਡਾ ਦਲ, ਤੇ ਨਗਾਰਿਆਂ ਤੇ ਚੋਟ ਵੱਜੀ ਹੈ, ਬਹੁਤ ਵੱਡੀ ਆਵਾਜ਼ ਪੈਦਾ ਹੋਈ ਹੈ। ਤੇ ਉਧਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਉਂ ਦਿਨ ਚੜ੍ਹਿਆ ਹੈ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦਾ ਭੋਗ ਸੰਪੂਰਨ ਹੋਇਆ ਤੇ ਸਤਿਗੁਰੂ ਜੀ ਵੀ ਅੱਜ ਸਧਾਰਨ ਪੁਸ਼ਾਕ ਨਹੀਂ, ਅੱਜ ਜੰਗੀ ਪੁਸ਼ਾਕ ਪਾਤਸ਼ਾਹ ਜੀ ਨੇ ਧਾਰਨ ਕੀਤੀ ਹੈ। ਪਹਿਲਾਂ ਹੀ ਸ਼ਸਤਰ ਬਸਤਰ ਸਰੀਰ 'ਤੇ ਧਾਰਨ ਕਰ ਲਏ ਸਨ। ਔਰ ਇੱਕ ਸਿੱਖ ਨੇ ਜਾ ਕੇ ਰਾਏ ਜੋਧ ਨੇ ਭੇਜਿਆ ਹੈ, ਇੱਕ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹੇ ਪਾਤਸ਼ਾਹ, ਵੱਡਾ ਦਲ ਤਾਂ ਦੁਸ਼ਮਣਾਂ ਦਾ ਬਾਦਸ਼ਾਹ ਦਾ ਮਾਰਿਆ ਗਿਆ ਹੈ ਤੇ ਸਤਿਗੁਰੂ ਜੀ ਜਿਹੜੀ ਫੌਜ ਬਚੀ ਹੋਈ ਸੀਗੀ ਉਹ ਸਾਰੀ ਇਕੱਠੀ ਹੋ ਕੇ ਤੇ ਹੁਣ ਪਿੱਛੇ ਕੋਈ ਵੀ ਦਲ ਨਹੀਂ ਰਿਹਾ, ਜ਼ੋਰਦਾਰ ਹਮਲਾ ਕਰਨ ਵਾਸਤੇ ਇਕੱਠੇ ਸਾਰੇ ਬੜੇ ਜ਼ੋਰ ਦੇ ਨਾਲ, ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਗਏ ਹਨ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਝਾਟੀ ਜਿਹੜਾ ਸੁਹੇਲਾ ਘੋੜਾ ਹੈ, ਜਿਹੜਾ ਗੁਲਬਾਗ ਘੋੜਾ ਸੀਗਾ, ਉਹਦੇ 'ਤੇ ਸਤਿਗੁਰੂ ਜੀ ਕਾਲੀ ਦੇ ਨਾਲ ਸਵਾਰ ਹੋਏ। ਪਾਤਸ਼ਾਹ ਜੀ ਨੇ ਸ਼ਸਤਰ ਬਸਤਰ ਪਹਿਨੇ ਹੋਏ ਸਨ ਤੇ ਝਾਟੀ ਜਿੱਥੇ ਰਾਏ ਜੋਧ ਅਗਲੇ ਪਾਸੇ ਮੁਕਾਬਲਾ ਕਰ ਰਿਹਾ ਸੀਗਾ ਤੇ ਗਰੀਬਨ ਆਵਾਜ਼ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰੂ ਜੀ ਪਹੁੰਚ ਗਏ ਹਨ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਉਹ ਭਾਵਨਾ ਸਹਿਤ ਸਰਵਣ ਕਰਦੇ ਹਾਂ। ਜਿਵੇਂ ਸਤਿਗੁਰੂ ਜੀ ਜੰਗ ਦੇ ਮੈਦਾਨ ਦੇ ਵਿੱਚ ਆਏ ਹਨ ਤੇ ਅਗਲੇਰਾ ਜਿਹੜਾ ਯੁੱਧ ਦਾ ਨਜ਼ਾਰਾ ਹੈ, ਦ੍ਰਿਸ਼ ਹੈ, ਅੱਜ ਗੁਰੂ ਕੇ ਚਰਨਾਂ ਦੇ ਵਿੱਚ ਆਓ ਬੈਠ ਕੇ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤਾ ਸਮਾਂ ਨਹੀਂ ਲਾਇਆ।
ਉਸੇ ਵੇਲੇ ਘੋੜੇ ਤੇ ਚੜ੍ਹ ਕੇ ਤੇ ਜੰਗ ਦੇ ਮੈਦਾਨ ਵੱਲ ਚੱਲੇ ਹਨ। ਤੇ ਰਾਏ ਜੋਧ ਜਿਹੜਾ ਰਾਤ ਤੋਂ ਹੀ ਜੰਗ ਦੇ ਮੈਦਾਨ ਦੇ ਵਿੱਚ ਡਟਿਆ ਹੋਇਆ ਸੀਗਾ, ਇਹਦਾ ਭਰਾ ਸਲੇਮ ਸ਼ਾਹ ਉਹ ਵੀ ਬਹਾਦਰ ਯੋਧਾ ਹੈ। ਇਹ ਦੋ ਗੁਰੂ ਕੇ ਜਰਨੈਲ ਜਿਨ੍ਹਾਂ ਨੇ ਬਹੁਤ ਵੱਡਾ ਰਾਤ ਵੇਲੇ ਆਈ ਹੋਈ ਬਾਦਸ਼ਾਹ ਦੀ ਫੌਜ ਦਾ ਮੁਕਾਬਲਾ ਹੀ ਨਹੀਂ ਕੀਤਾ, ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਤੇ ਉਹਨਾਂ ਦੇ 3 ਜਿਹੜੇ ਵੱਡੇ ਹੱਲੇ ਸਨ ਉਹਨਾਂ ਨੂੰ ਨਾਕਾਮ ਕਰਕੇ, ਉਹਨਾਂ ਨੂੰ ਖਤਮ ਕਰਕੇ ਤੇ ਦੰਦ ਖੱਟੇ ਕਰ ਦਿੱਤੇ ਸਨ। ਇਹ ਅੱਗੇ ਡਟੇ ਹੋਏ ਹਨ। ਪਾਤਸ਼ਾਹ ਜੀ ਇਹਨਾਂ ਦੇ ਕੋਲ ਪਹੁੰਚੇ ਹਨ। ਤੇ ਉਸੇ ਵੇਲੇ ਦੂਤ ਹਸਨ ਖਾਂ ਜਿਹੜਾ ਹੈ, ਜਿਹੜਾ ਵਿਰੋਧੀਆਂ ਦੀ ਫੌਜ ਦੇ ਵਿੱਚੋਂ ਬੇਇੱਜ਼ਤੀ ਕਰਕੇ ਕੱਢ ਦਿੱਤਾ ਗਿਆ ਸੀਗਾ ਤੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਇਆ ਹੈ। ਸਤਿਗੁਰਾਂ ਨੇ ਉਸ ਨੂੰ ਕੋਲ ਸੱਦਿਆ ਹੈ ਤੇ ਇਸ ਦੇ ਕੋਲੋਂ ਪੁੱਛਿਆ ਛੇਵੇਂ ਪਾਤਸ਼ਾਹ ਜੀ ਨੇ, ਕਹਿਣ ਲੱਗੇ ਹੇ ਹਸਨ ਖਾਂ, ਲੱਲਾ ਬੇਗ ਉਹ ਜਿਹੜਾ ਸਾਹਮਣੇ ਜਥਾ ਤੇਜ਼ੀ ਦੇ ਨਾਲ ਵੱਧ ਰਿਹਾ ਹੈ, ਇਹਨਾਂ ਦਾ ਜਿਹੜਾ ਜਰਨੈਲ ਹੈ, ਇਸ ਫੌਜ ਦਾ ਜਿਹੜਾ ਮੁਖੀ ਹੈ ਲੱਲਾ ਬੇਗ, ਜਿਹੜੀ ਵੱਡੀ ਗਿਣਤੀ ਦੇ ਵਿੱਚ ਫੌਜ ਚਾੜ ਕੇ ਲੈ ਕੇ ਆਇਆ ਹੈ, ਇਹਨਾਂ ਦੇ ਵਿੱਚੋਂ ਕਿਹੜਾ ਹੈ? ਕਿਉਂਕਿ ਸਾਰੀ ਜਿਹੜੀ ਸੈਨਾ ਹੈ ਜੰਗ ਦੇ ਮੈਦਾਨ ਦੇ ਵਿੱਚ ਸੁਰੱਖਿਆ ਵਾਲੇ ਜਿਹੜੇ ਕੱਪੜੇ ਜਾਂ ਲੋਹੇ ਦੇ ਵਿੱਚ ਲੋਹੇ ਦੀਆਂ ਪੁਸ਼ਾਕਾਂ ਪਹਿਨ ਕੇ ਤੇ ਸਾਰੇ ਢੱਕੇ ਹੋਏ ਹਨ, ਆਪਣੇ ਕੋਈ ਕਿਸੇ ਦੀ ਪਛਾਣ ਨਹੀਂ ਹੈ। ਤੇ ਸਤਿਗੁਰੂ ਜੀ ਪੁੱਛਦੇ ਹਨ ਕੌਣ ਹੈ ਲੱਲਾ ਬੇਗ, ਕਿੱਥੇ ਹੈ? ਤੇ ਉਸ ਵੇਲੇ ਫਿਰ ਇਹ ਜਿਹੜਾ ਦੂਤ ਹਸਨ ਖਾਂ ਹੈ, ਜਿਹੜਾ ਵਿਰੋਧੀਆਂ ਦੀ ਫੌਜ ਦਾ ਭੇਤੀ ਹੈ, ਇਹਨੇ ਸਾਰਿਆਂ ਵੱਲ ਚੰਗੀ ਤਰ੍ਹਾਂ ਦੇਖਿਆ ਔਰ ਸਤਿਗੁਰਾਂ ਦੇ ਬਚਨ ਸੁਣ ਕੇ ਤੇ ਚੰਗੀ ਤਰ੍ਹਾਂ ਪਛਾਣ ਕਰਕੇ ਹਿਸਾਬ ਕਿਤਾਬ ਲਾ ਕੇ ਤੇ ਸਤਿਗੁਰਾਂ ਨੂੰ ਨਿਸ਼ਾਨੀਆਂ ਦੱਸਦਾ ਹੈ। ਤੇ ਕਹਿਣ ਲੱਗਿਆ ਹੇ ਸਤਿਗੁਰੂ ਜੀ, ਉਹ ਸਾਹਮਣੇ ਜਿਹੜੇ ਦਲ ਆ ਰਹੇ ਸਨ, ਕਿਉਂਕਿ 10,000 ਦੀ ਜਿਹੜੀ ਵੱਡੀ ਫੌਜ ਹੈ ਉਹਦੀਆਂ ਕੁਛ ਵੱਖਰੀਆਂ ਵੱਖਰੀਆਂ ਟੁਕੜੀਆਂ ਸਨ, ਜਿਨ੍ਹਾਂ ਦਾ ਜਿਵੇਂ ਅੱਜ ਵੀ ਜੰਗ ਦੇ ਮੈਦਾਨ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੇ ਫੌਜ ਦੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਪਤਾ ਹੁੰਦਾ ਕਿ ਵੱਖਰੀ ਵੱਖਰੀ ਟੁਕੜੀ ਹੁੰਦੀ ਹੈ। ਹੁਣ ਇਸੇ ਤਰ੍ਹਾਂ ਇਹ ਜਿਹੜੇ ਜਰਨੈਲ ਹਨ, ਲੱਲਾ ਬੇਗ ਇਹਨਾਂ ਦਾ ਮੁਖੀ ਹੈ ਤੇ ਇਹਨਾਂ ਦੀ ਵੱਖਰੇ ਵੱਖਰੇ ਇਹਨਾਂ ਦੇ ਝੰਡੀਆਂ ਸਨ ਤੇ ਇਹਨਾਂ ਦੇ ਨਗਾਰੇ ਸਨ ਤੇ ਪਿੱਛੇ ਪਿੱਛੇ ਇਹਨਾਂ ਦੇ ਵੱਖਰੇ ਵੱਖਰੇ ਦਲਾਂ ਦੇ ਨਾਲ ਜਿਹੜੀ ਸੈਨਾ ਉਹ ਚੱਲ ਰਹੀ ਸੀਗੀ। ਸਤਿਗੁਰਾਂ ਨੇ ਪੁੱਛਿਆ ਹੈ ਤੇ ਫਿਰ ਲੱਲਾ ਬੇਗ ਨੇ ਉਸ ਵੇਲੇ ਹਸਨ ਖਾਂ ਨੇ ਪਛਾਣ ਕੇ ਵਿੱਚੋਂ ਸਿਆਣ ਕੇ ਤੇ ਦੱਸਿਆ, ਕਹਿਣ ਲੱਗਾ ਪਾਤਸ਼ਾਹ ਜੀ, ਆਓ ਸਾਹਮਣੇ ਜਿਹਦੇ ਅੱਗੇ ਬਹੁਤ ਸਾਰੀਆਂ ਝੰਡੀਆਂ ਕਈ ਤਰ੍ਹਾਂ ਦੀਆਂ ਲੱਗੀਆਂ ਹੋਈਆਂ ਹਨ। ਤੇ ਕਹਿਣ ਲੱਗੇ ਕਿ ਭਾਈ ਗਰੀਬ ਨਿਵਾਜ ਪਾਤਸ਼ਾਹ ਜੀ, ਕਹਿਣ ਲੱਗਿਓ ਸੁਣੀਏ ਪ੍ਰਭੂ ਉੱਪਰ ਪੁਸ਼ਤੀਨਾ। ਹੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਸਾਹਮਣੇ ਇੱਕ ਦਲ ਆ ਰਿਹਾ ਹੈ ਜਿਹਦੇ ਅਗਲੇ ਪਾਸੇ ਬਹੁਤ ਸਾਰੀਆਂ ਝੰਡੀਆਂ ਲੱਗੀਆਂ ਹੋਈਆਂ ਹਨ ਤੇ ਸਾਹਮਣੇ ਜਿਹੜਾ ਯੋਧਾ ਆ ਰਿਹਾ ਹੈ ਤੇ ਜਿਸ ਨੇ ਆਪਣੇ ਸਰੀਰ ਦੇ ਉੱਪਰ ਇੱਕ ਲੰਮਾ ਪਹਿਰਾਵਾ ਪਾਇਆ ਹੋਇਆ ਚਮੜੇ ਦਾ, ਜਿਹਦੇ ਵਿੱਚੋਂ ਦੀ ਵਾਰ ਰੋਕਿਆ ਜਾ ਸਕਦਾ ਹੈ ਤੇ ਠੰਡ ਵੀ ਰੁਕਦੀ ਹੈ। ਤੇ ਸਤਿਗੁਰੂ ਜੀ ਉਹ ਸਾਹਮਣੇ ਜਿਹੜਾ ਯੋਧਾ ਆ ਰਿਹਾ ਹੈ ਤੇ ਸਿਰ ਦੇ ਉੱਪਰ ਜਿੱਥੇ ਇੱਕ ਪਗੜੀ ਹੈ ਉਹਦੇ ਉੱਪਰ ਇੱਕ ਸੋਨੇ ਦਾ ਬਣਿਆ ਹੋਇਆ ਟੋਪ ਦੀ ਤਰ੍ਹਾਂ ਇੱਕ ਮੁਕਟ ਜਿਹੜਾ ਹੈ ਉਹ ਬੱਧਿਆ ਹੋਇਆ ਹੈ ਤੇ ਉਹ ਧੁੱਪ ਦੇ ਨਾਲ ਲਿਸ਼ਕਦਾ ਹੈ। ਦਿਨ ਚੜ੍ਹਿਆ ਹੋਇਆ ਹੈ, ਸੂਰਜ ਚੜ੍ਹਿਆ ਹੋਇਆ ਹੈ ਤੇ ਸਤਿਗੁਰਾਂ ਨੂੰ ਨਿਸ਼ਾਨੀਆਂ ਦੱਸਦਾ ਹੈ ਦੂਤ ਹਸਨ ਖਾਂ। ਕਹਿਣ ਲੱਗਿਆ ਪਾਤਸ਼ਾਹ ਆਓ ਸਾਹਮਣੇ ਜਿਹਦੇ ਉੱਪਰ ਸੋਨੇ ਦਾ ਮੁਕਟ ਜਿਹੜਾ ਚਮਕ ਮਾਰ ਰਿਹਾ ਹੈ ਤੇ ਜਿਹਦਾ ਝੰਡਾ ਜਰੀ ਦਾ ਬਣਿਆ ਹੋਇਆ ਹੈ ਵੱਡੇ ਕੱਪੜੇ ਦਾ। ਤੇ ਕਹਿਣ ਲੱਗੇ ਜਿਹੜਾ ਲਿਸ਼ਕ ਰਿਹਾ ਹੈ ਤੇ ਵਿਚਕਾਰ ਜਿਹੜਾ ਇੱਕ ਦਲ ਆ ਰਿਹਾ ਹੈ ਤੇ ਕਹਿਣ ਲੱਗੇ ਲਾਲ ਸੁਰਖ ਇੱਕ ਬੜਾ ਤੇਜ ਸਾਹਮਣੇ ਜਿਹੜਾ ਘੋੜਾ ਆ ਰਿਹਾ ਹੈ, ਸੁਰਖਾ ਬਲੀ ਬਲਿੰਦ ਹੈ ਵੱਡ ਬੇਗ ਸੋ ਜਾਕਾ।
ਕਹਿਣ ਲੱਗੇ ਜਿਹਦਾ ਤੇਜ ਤੇ ਲਾਲ ਸੁਰਖ ਘੋੜਾ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਕਰਤ ਬੂਝਤ ਤੁਮੈ ਕਰ ਹਾਥ ਉਚੇਰਾ। ਤੇ ਸਤਿਗੁਰੂ ਜੀ ਇੰਝ ਲੱਗਦਾ ਜਿਵੇਂ ਉਹ ਤੁਹਾਡੇ ਬਾਰੇ ਪੁੱਛ ਰਿਹਾ ਹੋਵੇ ਕਿ ਸਤਿਗੁਰੂ ਜੀ ਕਿੱਥੇ ਹਨ। ਕਹਿਣ ਲੱਗੇ ਬਾਤ ਕਰਤ ਬੂਝਤ ਤੁਮੇ, ਹੇ ਪਾਤਸ਼ਾਹ ਆਪਣੇ ਸਾਥੀਆਂ ਦੇ ਨਾਲ ਗੱਲਾਂ ਕਰਦਾ ਹੋਇਆ ਆਪਣੇ ਦਲ ਬਾਰੇ ਜਾਣ ਰਿਹਾ ਹੈ। ਕਰ ਹਾਥ ਉਚੇਰਾ, ਜਿਹੜਾ ਹੱਥ ਤਾਂ ਕਰ ਕਰਕੇ ਸੈਨਾ ਨੂੰ ਅੱਗੇ ਵਧਣ ਵਾਸਤੇ ਪ੍ਰੇਰਨਾ ਦੇ ਰਿਹਾ ਹੈ। ਤੇ ਕਹਿਣ ਲੱਗੇ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਸਾਹਮਣੇ ਉਹ ਲੱਲਾ ਬੇਗ ਹੈ ਜਿਹੜਾ ਬੜਾ ਵੱਡਾ ਹੰਕਾਰੀ ਸੀਗਾ, ਜਿਹਨੂੰ ਇੰਝ ਲੱਗਦਾ ਸੀ ਮੈਂ ਰਾਤ ਦੀ ਜੰਗ ਦਾ ਮੈਦਾਨ ਫਤਿਹ ਕਰ ਲੈਣਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ। ਇਹਦਾ ਹੰਕਾਰ ਟੁੱਟਿਆ ਹੈ ਤੇ ਅਜੇ ਵੀ ਪਾਤਸ਼ਾਹ ਜੀ ਕਿੰਨਾ ਘਮੰਡ ਹੈ, ਬੜੀ ਤੇਜ਼ੀ ਦੇ ਨਾਲ ਵੱਡੀ ਸੈਨਾ ਲੈ ਕੇ ਜਿੱਤਣ ਵਾਸਤੇ ਅੱਗੇ ਵਧ ਰਿਹਾ ਹੈ। ਤੇ ਕਹਿਣ ਲੱਗਿਆ ਹੁਣ ਹਸਨ ਖਾਂ ਕਹਿਣ ਲੱਗਿਆ ਪਾਤਸ਼ਾਹ ਜੀ ਉਹਦੇ ਖੱਬੇ ਪਾਸੇ ਇੱਕ ਬਾਮ ਦਿਸਾ ਤਿਸ ਤੇ ਖਰੋ ਸੋ ਕੰਬਰ ਬੇਗਾ, ਜਿਹੜਾ ਉਹਦੇ ਖੱਬੇ ਪਾਸੇ ਇੱਕ ਹੋਰ ਘੋੜੇ ਤੇ ਸਵਾਰ ਯੋਧਾ ਹੈ ਉਹਦਾ ਨਾਮ ਕੰਬਰ ਬੇਗ ਹੈ। ਤੇ ਕਹਿਣ ਲੱਗੇ ਤੁਰਕੀ ਤੋਂ ਕਮੈਤ ਜਿਨਸ ਦਾ ਇੱਕ ਤੇਜ ਘੋੜਾ ਬਹੁਤ ਚੱਲੇ ਵੇਗਾ, ਜਿਹੜਾ ਬੜਾ ਤੇਜ ਫੁਰਤੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਦੌੜਦਾ, ਉਸ ਘੋੜੇ ਤੇ ਜਿਹੜਾ ਸਵਾਰ ਹੈ। ਤੇ ਕਹਿਣ ਲੱਗੇ ਇਹ ਲੱਲਾ ਬੇਗ ਦਾ ਛੋਟਾ ਭਰਾ ਹੈ ਤੇ ਪਰ ਇਹਦਾ ਬਹੁਤ ਵੱਡਾ ਨਾਮ ਹੈ। ਅਲਪ ਹੈ ਬਟ ਵੀਰ ਕਹਾਵੈ, ਹੈ ਛੋਟਾ ਭਰਾ ਪਰ ਬਾਦਸ਼ਾਹ ਦੀ ਫੌਜ ਦੇ ਵਿੱਚ ਬਹੁਤ ਵੱਡਾ ਇਹ ਸੂਰਮਾ ਕਹਾਉਂਦਾ ਹੈ। ਤੇ ਕਹਿਣ ਲੱਗੇ ਬਹੁਤ ਵੱਡੇ ਦਾ ਪੇਚ ਦਾ ਇਹਨੂੰ ਤਜਰਬਾ ਹੈ। ਦਾਨਸ਼ਵੰਦ ਵਿਸਾਲ ਹੈ, ਬਹੁਤ ਦਾਵ ਬਤਾਵੇ। ਇਹ ਆਪਣੇ ਸੈਨਿਕਾਂ ਨੂੰ ਜੰਗ ਦੇ ਮੈਦਾਨ ਦੀ ਜਿਹੜੀ ਨੀਤੀ ਹੈ, ਢੰਗ ਹੈ, ਇਹ ਦਾ ਦੱਸਦਾ ਹੈ ਕਿ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਣੀ ਹੈ। ਪਹਿਲਾਂ ਵੀ ਇਹ ਕਈ ਜੰਗ ਜਿੱਤ ਚੁੱਕਿਆ, ਜਿਹਦੇ ਕੋਲ ਬਹੁਤ ਵੱਡਾ ਤਜਰਬਾ ਹੈ ਤੇ ਪਾਤਸ਼ਾਹ ਇਹ ਸੈਨਾ ਦੀ ਨੀਤੀ ਘਟਦਾ ਹੈ। ਤੇ ਸਤਿਗੁਰੂ ਜੀ ਉਹਦੇ ਸੱਜੇ ਪਾਸੇ ਕਹਿਣ ਲੱਗੇ ਇੱਕ ਸਬਜਾ ਬਹੁਤ ਵੱਡਾ ਤੇਜ ਜਿਹੜਾ ਘੋੜਾ ਆ ਰਿਹਾ ਹੈ ਤੇ ਉਹਦੇ ਉੱਪਰ ਜਿਹੜਾ ਸਵਾਰ ਜਰਨੈਲ ਹੈ ਉਹਦਾ ਨਾਮ ਹੈ ਕਾਬਲੀ ਬੇਗ। ਕਹਿਣ ਲੱਗੇ ਜਿਹਦੇ ਕੋਲ ਬਹੁਤ ਵੱਡਾ ਸਰੀਰ ਦੇ ਕਰਕੇ ਜਿਹੜਾ ਬਹੁਤ ਵੱਡਾ ਬਲੀ ਹੈ, ਮਹਾਨ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਦੇ ਵਿੱਚ ਜਿਸ ਤਰ੍ਹਾਂ ਸਰੀਰ ਕਰਕੇ ਬਲੀਆਂ ਦੇ ਵਿੱਚ ਪੈਂਦੇ ਖਾਂ ਦਾ ਨਾਮ ਸੀਗਾ, ਇਸੇ ਤਰ੍ਹਾਂ ਬਾਦਸ਼ਾਹ ਦੀ ਸੈਨਾ ਦੇ ਵਿੱਚ ਇਹਦਾ ਬਹੁਤ ਵੱਡਾ ਨਾਮ ਹੈ, ਸਰੀਰ ਕਰਕੇ ਬੜਾ ਬਲੀ ਸੀਗਾ। ਕਹਿਣ ਲੱਗੇ ਹੇ ਪਾਤਸ਼ਾਹ, ਇੱਕ ਹਸਨ ਖਾਂ ਦੂਤ ਸਤਿਗੁਰਾਂ ਨੂੰ ਇੱਕ ਇੱਕ ਜਰਨੈਲ ਬਾਰੇ ਦੱਸ ਰਿਹਾ ਹੈ। ਕਹਿਣ ਲੱਗਿਆ ਪਾਤਸ਼ਾਹ ਇਹ ਸਰੀਰਕ ਬਲ ਕਰਕੇ ਬਹੁਤ ਵੱਡੀ ਇਹਦੀ ਵਡਿਆਈ ਹੈ ਤੇ ਜੰਗ ਦੀ ਜਿਹੜੀ ਵਿਦਿਆ ਹੈ, ਜੰਗ ਦੇ ਮੈਦਾਨ ਦੇ ਵਿੱਚ ਕਿਵੇਂ ਲੜਨਾ ਹੈ, ਕਹਿਣ ਲੱਗੇ ਇਹਦੇ ਕੋਲ ਬਹੁਤ ਵੱਡੀ ਵਿਦਿਆ ਹੈ, ਚਿਰਕਾਲ ਕਮਾਈ ਤੇ ਜਿਹੜਾ ਬਹੁਤ ਵੱਡਾ ਸਮਾਂ ਜੰਗ ਦੇ ਮੈਦਾਨ ਦੇ ਵਿੱਚ ਅਭਿਆਸ ਦੇ ਵਿੱਚ ਗੁਜ਼ਾਰਦਾ ਹੈ ਤੇ ਜਿਹਨੇ ਬੜੀ ਸ਼ਸਤਰ ਵਿਦਿਆ ਦੀ ਕਮਾਈ ਕੀਤੀ ਹੈ। ਤੇ ਕਹਿਣ ਲੱਗੇ ਸਤਿਗੁਰੂ ਜੀ ਕਰਤ ਪਟੇ ਬਾਜੀ ਅਦਕ ਗਨ, ਇਹ ਗੱਤਕੇ ਦੇ ਵਿੱਚ ਬੜਾ ਮਾਹਰ ਹੈ। ਇਹਦੇ ਸਾਹਮਣੇ ਮੈਂ ਦੇਖਿਆ ਹੈ ਕਈ ਜਵਾਨ ਸਤਿਗੁਰੂ ਜੀ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਕਹਿਣ ਲੱਗੇ ਕਰਤ ਪਟੇ ਬਾਜੀ ਅਦਕ ਗਨ ਪੇਖੀ ਲੜਾਈ, ਮੈਂ ਇਹਨਾਂ ਦੀ ਸੈਨਾ ਦੇ ਵਿੱਚ ਰਹਿ ਕਰਕੇ ਇਹਨੂੰ ਨੇੜੇ ਤੋਂ ਜਾਣਦਾ ਹਾਂ। ਔਰ ਪਾਤਸ਼ਾਹ ਜਿਹੜਾ ਲੱਲਾ ਬੇਗ ਹੈ, ਲੱਲਾ ਬੇਗ ਇਸ ਯੋਧੇ ਦਾ ਮਾਮਾ ਲੱਗਦਾ ਹੈ। ਕਹਿਣ ਲੱਗੇ ਉਹਦਾ ਇਹ ਭਾਣਜਾ ਹੈ। ਨਿਤ ਰਹਿ ਇਸ ਤੀਰਾ, ਹਮੇਸ਼ਾ ਹੀ ਇਹ ਇਹਦੇ ਨਾਲ ਰਹਿੰਦਾ ਹੈ। ਤੇ ਕਹਿਣ ਲੱਗੇ ਇਹ ਵੀ
ਗਰੀਬ ਨਿਵਾਜ ਸਤਿਗੁਰੂ ਜੀ ਵੱਡੇ ਯੋਧੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਜਿਵੇਂ ਬੜੀ ਵੱਡੀ ਤਾਕਤ ਹੁੰਦੀ ਹੈ, ਇਹਦੇ ਵੀ ਹੱਥਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ। ਇਹ ਵੀ ਹੱਥ ਦੇ ਵਿੱਚ ਸਿੱਕਾ ਪਕੜ ਕੇ ਉਹਨੂੰ ਜ਼ੋਰ ਦੇ ਨਾਲ ਮਲ ਕੇ ਤੇ ਉਹਦੇ ਨੰਬਰ ਜਿਹੜੇ ਹਨ ਉੱਤੋਂ ਜਿਹੜੀ ਮੋਹਰ ਹੈ ਨਿਸ਼ਾਨ ਉਹ ਮਿਟਾ ਦਿੰਦਾ ਹੈ। ਇੰਨੇ ਇਹਦੇ ਵੀ ਇਸ ਯੋਧੇ ਦੇ ਵੀ ਹੱਥ ਜਿਹੜੇ ਇੰਨੇ ਜ਼ਿਆਦਾ ਮਜ਼ਬੂਤ ਹਨ। ਪਾਤਸ਼ਾਹ ਜੀ ਜਦੋਂ ਇਹ ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਲੜਦਾ ਹੈ, ਇਹ ਫਿਰ ਦਲਾਂ ਦੇ ਦਲਾਂ ਨੂੰ ਖਤਮ ਕਰ ਦਿੰਦਾ ਹੈ। ਵੱਡੀ ਗਿਣਤੀ ਦੇ ਯੋਧੇ ਇਹ ਢੇਰ ਕਰ ਦਿੰਦਾ ਜਿਹੜਾ ਇਹਦੇ ਸਾਹਮਣੇ ਆ ਜਾਵੇ। ਤੇ ਕਹਿਣ ਲੱਗੇ, ਹੁਣ ਹਸਨ ਖਾਂ ਬੇਨਤੀ ਕਰਦਾ ਹੈ ਛੇਵੇਂ ਪਾਤਸ਼ਾਹ ਜੀ ਨੂੰ, ਪਾਤਸ਼ਾਹ ਜੀ ਹਤੋ ਆਪ ਇਸ ਪ੍ਰਥਮ ਹੀ ਨਹਿ ਸੋ ਭਟ ਖਪਾਈ। ਸਤਿਗੁਰੂ ਜੀ ਜੇ ਕਿਤੇ ਤੁਸੀਂ ਇਹਦੇ ਸਾਹਮਣੇ ਚਲੇ ਜਾਓ, ਤੁਹਾਡਾ ਇਹਦੇ ਨਾਲ ਮੁਕਾਬਲਾ ਹੋ ਜਾਵੇ ਤੇ ਇਹਨੂੰ ਜਲਦੀ ਜੰਗ ਦੇ ਮੈਦਾਨ ਦੇ ਵਿੱਚ ਡੇਗ ਲਈਏ ਤੇ ਚੰਗਾ ਹੈ, ਨਹੀਂ ਤੇ ਇਹ ਵੱਡੀ ਸੈਨਾ ਲੈ ਕਰਕੇ ਤੇ ਬਹੁਤ ਵੱਡੇ ਬਾਕੀ ਜਿਹੜਾ ਦਲ ਹੈ ਉਹਦਾ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਪਾਤਸ਼ਾਹ ਤੁਸੀਂ ਆਪ ਅੱਗੇ ਹੋ ਕੇ ਹਤੋ ਆਪ ਇਸ ਪ੍ਰਥਮ ਹੀ ਨਹਿ ਭਟ ਖਪਾਈ, ਨਹੀਂ ਤੇ ਬੇਅੰਤ ਸਾਡੇ ਯੋਧੇ ਮਿੱਟੀ ਦੇ ਵਿੱਚ ਮਿਲਾ ਦੇਵੇਗਾ। ਔਰ ਸਤਿਗੁਰੂ ਜੀ ਲੱਲਾ ਬੇਗ ਦੇ ਨਾਲ ਦੋ ਹੋਰ ਜਿਹੜੇ ਯੋਧੇ ਖੜੇ ਹਨ, ਦੋਨੋਂ ਇਸਕੇ ਸੁੱਤ ਖਰੇ, ਇੱਕ ਕਾਸਮ ਬੇਗਾ, ਇੱਕ ਦਾ ਨਾਮ ਕਾਸਮ ਬੇਗ ਹੈ, ਇਹ ਦੋ ਇਹਦੇ ਪੁੱਤਰ ਹਨ। ਤੇ ਜਿਹਦੇ ਹੱਥ ਦੇ ਵਿੱਚ ਸਤਿਗੁਰੂ ਜੀ ਤੇਗ ਚਮਕ ਰਹੀ ਹੈ ਉਹਦਾ ਨਾਮ ਕਾਸਮ ਬੇਗ ਹੈ, ਉਹ ਲੱਲਾ ਬੇਗ ਦਾ ਦੂਸਰਾ ਪੁੱਤਰ ਹੈ। ਤੇ ਕਹਿਣ ਲੱਗੇ ਸਤਿਗੁਰੂ ਜੀ ਇਹ ਬੜੀ ਨੀਤੀ ਦੇ ਨਾਲ ਇਹ ਜਿਹੜੇ ਲੱਲਾ ਬੇਗ ਦੇ ਪੁੱਤਰ ਹਨ, ਇਹ ਜੰਗ ਦੇ ਵਿੱਚ ਲੜਨ ਦੀ ਇਹਨਾਂ ਦੇ ਕੋਲ ਮਹਾਰਤ ਹੈ। ਕਹਿਣ ਲੱਗੇ ਪਹਿਲਾਂ ਇਹ ਗੋਲ ਘੇਰਾ ਬਣਾ ਕਰਕੇ ਤੇ ਵੱਡੇ ਦਲਾਂ ਨੂੰ ਘੇਰੇ ਦੇ ਵਿੱਚ ਲੈ ਲੈਂਦੇ ਹਨ। ਪ੍ਰਥਮ ਗੋਲ ਕੋ ਬਾਅਦ ਕਹਿ ਇਹੋ ਚਾਹਤ ਲੜਾਈ, ਇਸ ਢੰਗ ਦੇ ਨਾਲ ਦਾ ਪਾਉਂਦੇ ਹਨ ਤੇ ਇਸ ਤਰ੍ਹਾਂ ਇਹ ਲੜਾਈ ਕਰਨੀ ਚਾਹੁੰਦੇ ਹਨ। ਤੇ ਪਰ ਹੁਣ ਇਹ ਅੱਗੇ ਵੱਧ ਰਹੇ ਹਨ। ਸਤਿਗੁਰੂ ਜੀ ਤੁਹਾਡੇ ਸਾਹਮਣੇ ਇਹਨਾਂ ਦਾ ਕੋਈ ਦਾ ਨਹੀਂ ਚੱਲੇਗਾ, ਹੈ ਬੜੇ ਤੇਜ਼ ਹਨ, ਪਰ ਪਾਤਸ਼ਾਹ ਇੰਝ ਲੱਗਦਾ ਹੈ ਅੱਜ ਪਰੇ ਆਨ ਮੁਖ ਕਾਲ ਕੇ ਕਿਉਂ ਹੂੰ ਨਾ ਬਚਾਈ। ਕਹਿਣ ਲੱਗੇ ਅੱਜ ਤਾਂ ਇੰਝ ਲੱਗਦਾ ਹੈ ਮੌਤ ਦੇ ਮੂੰਹ ਦੇ ਵਿੱਚ ਆ ਰਹੇ ਹੋਣ, ਅੱਜ ਇਹ ਬਚਣਗੇ ਨਹੀਂ, ਅੱਜ ਇਹਨਾਂ ਨੂੰ ਕੋਈ ਬਚਾ ਨਹੀਂ ਸਕੇਗਾ। ਤੇ ਪਾਤਸ਼ਾਹ ਜੀ ਹੋਰ ਵੀ ਬਹੁਤ ਸਾਰੇ ਯੋਧੇ ਨਾਲ ਹਨ, ਪਰ ਉਹ ਦੂਰ ਹੋਣ ਕਰਕੇ, ਪਿੱਛੇ ਹੋਣ ਕਰਕੇ ਪਛਾਣ ਦੇ ਵਿੱਚ ਨਹੀਂ ਆ ਰਹੇ। ਤੇ ਸਤਿਗੁਰੂ ਜੀ ਵੱਡੀ ਜਿਹੜੀ ਸੈਨਾ ਤੇ ਬਹੁਤ ਵੱਡੇ ਯੋਧੇ ਹੋਰ ਵੀ ਨਾਲ ਹਨ। ਤੇ ਕਹਿਣ ਲੱਗੇ ਸਤਿਗੁਰੂ ਜੀ ਹੁਣ ਬਚਨ ਕੀਤਾ ਹੈ, ਕਹਿਣ ਲੱਗੇ ਧਰ ਪਰ ਧਰ ਮਰ ਕਰ ਪਰੇ। ਸਤਿਗੁਰੂ ਜੀ ਬਹੁਤ ਵੱਡੇ ਯੋਧੇ ਤਾਂ ਜੰਗ ਦੇ ਮੈਦਾਨ ਦੇ ਵਿੱਚ ਧੜਾਂ ਦੇ ਉੱਪਰ ਧੜ ਪਏ ਹਨ, ਸਰੀਰਾਂ ਤੇ ਸਰੀਰ ਢੇਰ ਲੱਗੇ ਪਏ ਹਨ ਤੇ ਮਰ ਕੇ ਰਾਤ ਦੇ ਯੁੱਧ ਦੇ ਵਿੱਚ ਖੱਪ ਗਏ। ਤੈਨੂੰ ਕੌਣ ਗਿਣਾਵੇ, ਮੈਂ ਕਿਹਦੀ ਗਿਣਤੀ ਕਰਾਂ, ਬੇਅੰਤ ਤਾਂ ਮਾਰੇ ਗਏ ਹਨ। ਸਤਿਗੁਰੂ ਜੀ ਇਹ ਜਿਹੜੀ ਸੈਨਾ ਆ ਰਹੀ ਹੈ ਇਹ ਚੌਥਾ ਕੋ ਭਾਗ ਲੱਗਦਾ ਹੈ, ਇਹ ਇਸ ਤੋਂ 3 ਗੁਣਾ ਵੱਧ ਹੋਰ ਸੈਨਾ ਸੀਗੀ। हे ਪਾਤਸ਼ਾਹ ਚੌਥੋ ਭਾਗ ਨਾ ਚਮੂ ਅਬ ਸਭ ਸੁਗਮ ਸੰਘਾਰੋ। ਵੱਡਾ ਯੁੱਧ ਕਰਕੇ ਤੁਹਾਡੇ ਜਰਨੈਲਾਂ ਨੇ ਰਾਤ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, 3 ਹਿੱਸੇ ਖਤਮ ਹੋ ਗਏ ਹਨ। ਹੁਣ ਚੌਥਾ ਕੋ ਹਿੱਸਾ ਜਿਹੜੀ ਸੈਨਾ ਬਚੀ ਹੋਈ ਹੈ, ਜਿਹੜੀ ਯੁੱਧ ਵਾਸਤੇ ਅੱਗੇ ਵੱਧ ਰਹੀ ਹੈ। ਤੇ ਪਾਤਸ਼ਾਹ ਜਿੱਥੇ ਏਡੀ ਵੱਡੀ ਸੈਨਾ ਖੱਪ ਗਈ, ਮਿੱਟੀ ਦੇ ਵਿੱਚ ਮਿਲ ਗਈ, ਖਤਮ ਕਰ ਦਿੱਤੀ ਤੁਹਾਡੇ ਯੋਧਿਆਂ ਨੇ, ਸਤਿਗੁਰੂ ਜੀ ਹੁਣ ਤੁਸੀਂ ਖੁਦ ਅੱਗੇ ਖੜੇ ਹੋ। ਤੇ ਹਸਨ ਖਾਂ ਦੂਤ ਕਹਿੰਦਾ ਹੈ ਤੁਮ ਆਗੇ ਕੋ ਅਰੇ ਨ ਹੈ ਮੈਂ ਭਲੋ ਵਿਚਾਰੋ। ਇਹ ਪਾਤਸ਼ਾਹ ਤੁਹਾਡੇ ਅੱਗੇ ਇਹ ਕੀ ਅੜਨਗੇ, ਕੀ ਮੁਕਾਬਲਾ ਕਰਨਗੇ ਤੁਹਾਡਾ। ਤੇ ਰਾਤ
ਰਾਤ ਵੀ ਹੰਕਾਰ ਦੇ ਵਿੱਚ ਮਾਰ ਕਰਦੇ ਹੋਏ ਗੁਰੂ ਕੇ ਦਲ ਨੂੰ ਖਤਮ ਕਰ ਦੇਵੋ ਇਸ ਤਰ੍ਹਾਂ ਵੱਧਦੇ ਹੋਏ ਅੱਗੇ ਆਏ ਸਨ। ਗਮਣੇ ਤੁਲ ਦਲ ਸਲਬ ਕੋ ਕਰ ਮਾਰੋ ਮਾਰ ਧਾਰ ਕਰਕੇ ਹੰਕਾਰ ਦੇ ਵਿੱਚ ਰਾਤ ਅੱਗੇ ਵਧੇ ਸਨ। ਤੇ ਸਤਿਗੁਰੂ ਜੀ ਹੁਣ ਦੇਖੋ ਪਹਿਲਾਂ ਦੇ ਨਾਲੋਂ ਜੋਸ਼ ਇਹਨਾਂ ਦਾ ਕਿਤੇ ਚਲਿਆ ਗਿਆ ਹੈ। ਹੁਣ ਇੰਨੀ ਫੁਰਤੀ ਨਹੀਂ, ਇੰਨਾ ਹੰਕਾਰ ਨਹੀਂ ਦਿਸਦਾ, ਪਰ ਤਾਂ ਵੀ ਅੱਗੇ ਵੱਧ ਰਹੇ ਹਨ। ਤੇ ਚਿਹਰੇ ਤੇ ਇਹਨਾਂ ਦੇ ਇੱਕ ਉਦਾਸੀ ਹੈ। ਕਹਿਣ ਲੱਗੇ ਅਬ ਇਹੋ ਖਰੇ ਉਦਾਸ ਹੈ ਤੁਮ ਬਿਲਮ ਵਿਸਾਰੋ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਨੂੰ ਵੀ ਦੇਰੀ ਨਹੀਂ ਕਰਨੀ ਚਾਹੀਦੀ ਹੈ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਜਦੋਂ ਇਹ ਦਲ ਨੇੜੇ ਆ ਰਿਹਾ ਹੈ ਤੇ ਗਰੀਬ ਨਿਵਾਜ ਸਤਿਗੁਰਾਂ ਨੇ ਵੀ ਝਾਟੀ ਤਿਆਰੀ ਕਰ ਲਈ ਹੈ। ਔਰ ਉਸੇ ਵੇਲੇ ਸ਼੍ਰੀ ਸਤਿਗੁਰ ਵਿਕਸੈ ਸੁਨਤ ਕਰ ਧਨੁਖ ਸੰਭਾਰਾ। ਪਾਤਸ਼ਾਹ ਜੀ ਗੱਲ ਸੁਣ ਕੇ ਖੁਸ਼ ਹੋਏ ਹਨ। ਉਸੇ ਵੇਲੇ ਆਪਣਾ ਜਿਹੜਾ ਸਖਤ ਤੇ ਵੱਡਾ ਜਿਹੜਾ ਧਨੁਖ ਹੈ ਪਾਤਸ਼ਾਹ ਜੀ ਨੇ ਮੋਢੇ ਤੋਂ ਲਾਇਆ ਹੈ, ਸੰਭਾਲਿਆ ਹੈ। ਤੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇੱਕ ਤੀਰ ਕਮਾਨ ਦੇ ਵਿੱਚ ਭਰ ਕੇ ਤੇ ਜ਼ੋਰ ਦੇ ਨਾਲ ਖਿੱਚ ਕੇ ਚਲਾਇਆ ਹੈ ਤੇ ਬਹੁਤ ਸ਼ੂਕਦਾ ਹੋਇਆ ਦੂਰ ਤੱਕ ਇਹ ਤੀਰ ਦੁਸ਼ਮਣਾਂ ਦੇ ਦਲ ਵੱਲ ਵਧਿਆ ਹੈ। ਤੇ ਜਿਹੜਾ ਲੱਲਾ ਬੇਗ ਦੇ ਸਿਰ ਦੇ ਉੱਪਰ ਇੱਕ ਥੱਲੇ ਛੋਟੀ ਜੀ ਪਗੜੀ ਹੈ ਤੇ ਉੱਤੇ ਸੋਨੇ ਦਾ ਮੁਕਟ ਬੰਨਿਆ ਹੋਇਆ ਹੈ ਤੇ ਸਤਿਗੁਰਾਂ ਨੇ ਇਹਦਾ ਨਿਸ਼ਾਨਾ ਲਿਆ ਹੈ। ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਤਨੇ ਤਗੜੇ ਨਿਸ਼ਾਨਚੀ ਹਨ ਕਿ ਇਹਦੇ ਸੀਸ ਦਾ ਨਿਸ਼ਾਨਾ ਲੈ ਕਰਕੇ ਸਿੱਧਾ ਜਿਹੜਾ ਤੀਰ ਹੈ ਜਾ ਕੇ ਉਹਦੇ ਵਿੱਚ ਲੱਗਿਆ ਹੈ। ਤੇ ਕਹਿਣ ਲੱਗੇ ਕਿ ਹੁਣ ਸਤਿਗੁਰਾਂ ਨੇ ਜਦੋਂ ਤੀਰ ਚਲਾਇਆ ਤੇ ਇਹਦਾ ਜਿਹੜਾ ਮੁਕਟ ਸੀਗਾ ਸੋਨੇ ਦਾ ਤੇ ਵਿੱਚੇ ਥੱਲੇ ਛੋਟੀ ਜਿਹੀ ਇੱਕ ਇਹਨੇ ਪਗੜੀ ਬੰਨੀ ਹੋਈ ਹੈ ਤੇ ਸਤਿਗੁਰਾਂ ਨੇ ਨਿਸ਼ਾਨਾ ਲੈ ਕੇ ਜਦੋਂ ਮਾਰਿਆ ਹੈ ਤੇ ਸਮੇਤ ਪਗੜੀ ਦੇ ਉਹ ਧਰਤੀ ਤੇ ਡਿੱਗਿਆ ਹੈ। ਤੇ ਸਾਰੇ ਉਹਦੇ ਜਿਹੜੇ ਸਾਥੀ ਸਨ ਲੱਲਾ ਬੇਗ ਦੇ ਵੱਡਾ ਜਿਹੜਾ ਦਲ ਹੈ ਵੱਧ ਰਿਹਾ ਸੀਗਾ ਤੇ ਅੱਗੇ ਆ ਕੇ ਇਹ ਜਦੋਂ ਖੜੇ ਸਨ ਤੇ ਸਤਿਗੁਰਾਂ ਨੇ ਐਸਾ ਦੂਰ ਤੋਂ ਨਿਸ਼ਾਨਾ ਲੈ ਕੇ ਐਸਾ ਵਾਰ ਹੋਇਆ ਜਿਹਦੀ ਕਿਸੇ ਨੂੰ ਪਤਾ ਨਹੀਂ ਸੀ, ਕੋਈ ਸੰਭਾਵਨਾ ਨਹੀਂ ਸੀਗੀ ਕਿ ਸਿੱਧਾ ਵਾਰ ਇਤਨੇ ਆ ਕੇ ਨਿਸ਼ਾਨੇ ਤੇ ਲੱਗੇਗਾ। ਸਤਿਗੁਰਾਂ ਦਾ ਚਲਾਇਆ ਹੋਇਆ ਤੇ ਜਦੋਂ ਉਹ ਮੁਕਟ ਡਿੱਗਿਆ ਹੈ ਤੇ ਸਾਰੇ ਦੇਖ ਕੇ ਹੈਰਾਨ ਹੋਏ ਹਨ। ਤੇ ਕਹਿਣ ਲੱਗੇ ਉਸ ਵੇਲੇ ਫਿਰ ਜਿਹੜਾ ਖਪਰ ਸੀਗਾ, ਜਿਹੜਾ ਤੀਰ ਸੀਗਾ, ਉਹ ਸਿੱਧਾ ਜਾ ਕੇ ਅਗਲੇ ਪਾਸੇ ਧਰਤੀ ਤੇ ਲੱਗਿਆ ਹੈ ਤੇ ਜਿਸ ਨੂੰ ਦੇਖ ਕੇ ਸਾਰੇ ਜਿਹੜੇ ਯੋਧੇ ਲੱਲਾ ਬੇਗ ਦੇ ਸਨ ਜਾਂ ਲੱਲਾ ਬੇਗ ਆਪ ਵੀ ਹੈਰਾਨ ਰਹਿ ਗਿਆ। ਇਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਕਿ ਦੁਸ਼ਮਣਾਂ ਦੇ ਦਲਾਂ ਦੇ ਵਿੱਚੋਂ ਸਿੱਧਾ ਤੀਰ ਆ ਕੇ ਮੇਰੇ ਨਿਸ਼ਾਨੇ ਤੇ ਮੇਰੇ ਸਿਰ ਦੇ ਉੱਪਰ ਲੱਗਿਆ ਹੈ। ਇਹਦੇ ਇੱਕ ਵਾਰੀ ਜਿਹੜੇ ਸਾਥੀ ਉਹ ਵੀ ਡਰ ਗਏ ਹਨ। ਤੇ ਕਹਿਣ ਲੱਗੇ ਸਿਰ ਤੇ ਉਸ ਵੇਲੇ ਮੁਕਟ ਸਹਿਤ ਜਦੋਂ ਇਹ ਜਿਹੜੀ ਛੋਟੀ ਜਿਹੀ ਪਗੜੀ ਹੈ ਧਰਤੀ ਤੇ ਡਿੱਗੀ ਹੈ ਤੇ ਸਾਰੇ ਦੇਖ ਕੇ ਇਹਦਾ ਜਿਹੜਾ ਸਿਰ ਹੈ ਉਹ ਵਾਲਾਂ ਤੋਂ ਬਿਨਾਂ ਸੀਗਾ, ਵਾਲ ਇਹਦੇ ਕੱਟੇ ਹੋਏ ਹਨ ਤੇ ਸਿਰ ਤੇ ਇਹਨੇ ਮੁਕਟ ਧਾਰਨ ਕੀਤਾ ਹੈ। ਕਹਿਣ ਲੱਗੇ ਸਾਰੇ ਦੇਖ ਕੇ ਜਦੋਂ ਇਹ ਧਰਤੀ ਤੇ ਡਿੱਗਿਆ ਹੈ ਮੁਕਟ ਤੇ ਸਾਰੇ ਹੈਰਾਨ ਵੀ ਹੋਏ ਤੇ ਡਰੇ ਹਨ, ਇੱਕ ਦੂਜੇ ਵੱਲ ਤੱਕ ਰਹੇ ਹਨ। ਤੇ ਸਾਰਿਆਂ ਦੇ ਵਿੱਚ ਵੱਡੀ ਹਲਚਲ ਮੱਚੀ ਹੈ ਕਿ ਕਿਹੜਾ ਏਡਾ ਵੱਡਾ ਨਿਸ਼ਾਨਚੀ ਹੈ ਕਿ ਜਿਹਦਾ ਇੰਨਾ ਟਿਕਾਣੇ ਤੇ ਆ ਕੇ ਤੀਰ ਲੱਗਿਆ ਹੈ। ਸਾਰੇ ਹੈਰਾਨ ਹਨ ਤੇ ਬਹੁਤ ਸਾਰੇ ਡਰੇ ਹੋਏ ਹਨ ਕਿ ਇਹ ਜਿਹੜਾ ਤੀਰ ਹੈ ਇਤਨਾ ਨਿਸ਼ਾਨੇ ਤੇ ਕਿਸੇ ਦੀ ਵੀ ਛਾਤੀ ਵਿੰਨ ਸਕਦਾ ਸੀਗਾ। ਕਹਿਣ ਲੱਗੇ ਉਸ ਵੇਲੇ ਫਿਰ ਲੱਲਾ ਬੇਗ ਜਿਹੜਾ ਹੈ ਇਹਨੂੰ ਇੱਕ ਵਾਰੀ ਤਾਂ ਇੰਝ ਲੱਗਾ ਇਤਨਾ ਸ਼ਰਮਿੰਦਾ ਹੋਇਆ ਹੈ, ਇਤਨਾ ਲੱਜਤ ਹੋਇਆ ਹੈ, ਆਪਣੀ ਇਹਨੇ ਮੌਤ ਸਮਝੀ ਹੈ। ਜੰਗ ਦੇ ਮੈਦਾਨ ਦੇ ਵਿੱਚ ਅਜੇ ਅੱਗੇ ਵਧ ਹੀ ਰਿਹਾ ਸੀਗਾ
ਪਰ ਵੱਧਦਿਆਂ ਸਾਰੀ ਸਤਿਗੁਰਾਂ ਨੇ ਐਸਾ ਇੱਕ ਨਿਸ਼ਾਨਾ ਲਾਇਆ ਹੈ, ਇਹਦਾ ਜਿਹੜਾ ਹੌਸਲਾ ਹੈ ਪ੍ਰਸਤ ਹੋ ਗਿਆ। ਇੱਕ ਵਾਰੀ ਬਹੁਤ ਇਹਦੀ ਬੇਇੱਜ਼ਤੀ ਹੋਈ ਹੈ ਅਤੇ ਉਸ ਵੇਲੇ ਬਹੁਤ ਮਨ ਦੇ ਵਿੱਚ ਭਾਰੀ ਇਹਦੇ ਗੁੱਸਾ ਆਇਆ ਹੈ। ਤੇ ਉਸ ਵੇਲੇ ਝੱਟ ਹੀ ਇਹਨੇ ਜਿਹੜੀ ਪਗੜੀ ਡਿੱਗੀ ਹੈ ਉਹਨੂੰ ਕਾਹਲੀ ਦੇ ਨਾਲ, ਛੇਤੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਉਸੇ ਵੇਲੇ ਸਿਰ ਤੇ ਲਪੇਟ ਲਿਆ ਹੈ। ਤੇ ਉਸ ਵੇਲੇ ਜਿਸ ਜਗ੍ਹਾ ਤੇ ਇਹ ਘੋੜੇ ਸਮੇਤ ਖੜਾ ਸੀਗਾ, ਕਾਹਲੀ ਦੇ ਨਾਲ ਅੱਡੀ ਲਾਈ ਹੈ ਤੇ ਘੋੜਾ ਦੂਜੇ ਪਾਸੇ ਕਰ ਲਿਆ ਹੈ। ਘੋੜੇ ਨੂੰ ਹੁਣ ਇੱਧਰ ਉੱਧਰ ਹਿਲਾ ਰਿਹਾ ਹੈ। ਇਹਦਾ ਕਾਰਨ ਇਹ ਹੈ ਕਿਉਂਕਿ ਜਦੋਂ ਜੰਗੀ ਯੋਧੇ ਚੱਲਦੇ ਸਨ ਤੇ ਜਿਹੜਾ ਯੋਧਾ ਇੱਕ ਜਗ੍ਹਾ ਤੇ ਖੜ ਜਾਂਦਾ ਸੀਗਾ ਤੇ ਫਿਰ ਕਿਤੇ ਵੀ ਆ ਕੇ ਨਿਸ਼ਾਨਾ ਲੱਗ ਜਾਂਦਾ ਸੀਗਾ। ਇਸ ਕਰਕੇ ਘੋੜਿਆਂ ਨੂੰ ਲਗਾਤਾਰ ਇੱਧਰ ਉੱਧਰ ਕੀਤਾ ਜਾਂਦਾ ਸੀ। ਹੁਣ ਲੱਲਾ ਬੇਗ ਕਿ ਕਾਹਲੀ ਦੇ ਨਾਲ ਕੋਈ ਦੂਜਾ ਤੀਰ ਆ ਕੇ ਮੇਰੇ ਸਿਰ ਦੇ ਵਿੱਚ ਜਾਂ ਛਾਤੀ ਦੇ ਵਿੱਚ ਨਾ ਲੱਗ ਜਾਵੇ, ਇਹਨੇ ਕਾਹਲੀ ਦੇ ਨਾਲ ਘੋੜੇ ਦੀ ਛਾਲ ਮਰਵਾ ਕੇ ਤੇ ਦੂਜੇ ਪਾਸੇ ਹੋ ਗਿਆ। ਕਦੇ ਇੱਧਰ ਹੋ ਰਿਹਾ ਤੇ ਕਦੇ ਇੱਧਰ ਹੋ ਰਿਹਾ ਹੈ, ਤਾਂ ਕਿ ਮੈਂ ਕਿਸੇ ਯੋਧੇ ਦੇ ਦੁਬਾਰਾ ਨਿਸ਼ਾਨੇ ਦੇ ਵਿੱਚ ਨਾ ਆ ਜਾਵਾਂ। ਤੇ ਪਰ ਉਸ ਵੇਲੇ ਫੇਰਾ ਕਹਿਣ ਲੱਗੇ ਕਿ ਭਾਈ ਕੁੱਪਿਓ ਬਿਲੋਚਨ ਰਕਤ ਕਰ, ਕਹਿਣ ਲੱਗੇ ਕਿ ਉਸੇ ਵੇਲੇ ਅੱਖਾਂ ਜਿਹੜੀਆਂ ਇਹਦੀਆਂ ਉਹਦੇ ਵਿੱਚ ਖੂਨ ਉਤਰਿਆ ਹੈ, ਲਾਲ ਹੋ ਗਈਆਂ। ਏਡੀ ਵੱਡੀ ਜਦੋਂ ਬੇਇੱਜ਼ਤੀ ਹੋਈ ਹੈ ਤੇ ਉੱਚੀ ਸਾਰੀ ਬਾਹਾਂ ਕਰਕੇ ਗੁੱਸੇ ਦੇ ਵਿੱਚ ਬੋਲਿਆ ਹੈ, ਕਿਉਂ ਨਾ ਕਰਤਾ ਹੀਲਾ ਅਵੇ ਮਾਰੋ ਸਮੁਦਾਏ। ਕਹਿਣ ਲੱਗੇ ਤੁਸੀਂ ਸਾਰੇ ਖੜ ਕੇ ਕੀ ਦੇਖ ਰਹੇ ਹੋ ਮੇਰੇ ਪਿੱਛੇ? ਏਡਾ ਤਗੜਾ ਨਿਸ਼ਾਨਾ ਲਾ ਕਰਕੇ ਤੇ ਮੇਰੀ ਏਡੀ ਵੱਡੀ ਬੇਇੱਜ਼ਤੀ ਹੋਈ ਹੈ ਤੇ ਤੁਸੀਂ ਸਾਰੇ ਜਿਹੜੇ ਮੇਰੇ ਜਰਨੈਲ ਲਾਗੇ ਖੜ ਕੇ ਦੇਖ ਰਹੇ ਹੋ। ਕਹਿਣ ਲੱਗਾ ਇੱਕ ਜ਼ੋਰ ਦੇ ਨਾਲ ਵੱਡਾ ਜਿਹੜਾ ਹਮਲਾ ਹੈ ਸਤਿਗੁਰਾਂ ਦੀ ਫੌਜ ਦੇ ਉੱਪਰ ਕੀਤਾ ਜਾਏ। ਤੇ ਪਹਿਲਾਂ ਸਭ ਤੋਂ ਜਿਹੜਾ ਗੋਲੀਆਂ ਦੇ ਵਿੱਚ ਜਿਹੜਾ ਅਸਲਾ ਭਰਿਆ ਹੋਇਆ ਹੈ ਉਹ ਸਾਰੇ ਜਰਨੈਲ ਇੱਕ ਵਾਰੀ ਖਾਲੀ ਕਰ ਦਿਓ। ਸਾਰਾ ਅਸਲਾ ਗੁਰੂ ਕੇ ਸਿੱਖਾਂ ਦੇ ਉੱਪਰ ਦਾਗ ਦਿਓ, ਕਿਉਂਕਿ ਬਾਅਦ ਵਿੱਚ ਗੋਲੀਆਂ ਨੂੰ ਦੁਬਾਰਾ ਫਿਰ ਭਰਨਾ, ਫਿਰ ਪਲੀਤਾ ਧੁਖਾਉਣਾ ਤੇ ਟਾਈਮ ਲੱਗਦਾ ਸੀ। ਅੱਜ ਵਰਗੇ ਹਥਿਆਰ ਨਹੀਂ ਸਨ, ਕੁਝ ਟਾਈਮ ਲੱਗਦਾ ਸੀਗਾ। ਤੇ ਲੱਲਾ ਬੇਗ ਨੇ ਕਿਹਾ ਇੱਕ ਵਾਰੀ ਜਿਹੜੀਆਂ ਭਰੀਆਂ ਹੋਈਆਂ ਗੋਲੀਆਂ ਚਲਾ ਕਰਕੇ ਕਹਿਣ ਲੱਗੇ ਕਿ ਹੁਣ ਉਸ ਵੇਲੇ ਗੱਲ ਕੀਤੀ ਹੈ। ਕਹਿਣ ਲੱਗੇ ਕਿ ਭਾਈ ਇੱਕ ਇੱਕ ਛੋੜ ਤਫੰਗ ਕੋ ਖਿੰਚੋ ਖਰ ਖੰਡੇ, ਇੱਕ ਵਾਰੀ ਗੋਲੀਆਂ ਦੇ ਨਾਲ, ਤੀਰਾਂ ਦੇ ਨਾਲ ਵੱਡਾ ਵਾਰ ਕਰਕੇ ਤੇ ਅੱਗੇ ਵੱਧ ਕੇ ਤੇ ਖੰਡੇ ਧੂ ਲਓ, ਤਲਵਾਰਾਂ ਬੇਮਿਆਨਾ ਕਰ ਲਓ ਜੀ। ਤੇ ਕਹਿਣ ਲੱਗੇ ਜਿਹੜਾ ਵੀ ਗੁਰੂ ਕਾ ਸਿੱਖ ਸਾਹਮਣੇ ਅੜਦਾ ਹੈ, ਸਾਹਮਣੇ ਆਉਂਦਾ ਹੈ, ਉਹਦਾ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਤੇ ਅੱਗੇ ਵੱਧਦੇ ਜਾਓ। ਸਾਡੀ ਜਿਹੜੀ ਗਿਣਤੀ ਹੈ, ਭਾਵੇਂ ਸਾਡਾ 25,000 ਫੌਜ ਦਾ ਨੁਕਸਾਨ ਹੋਇਆ ਹੈ, ਅਜੇ ਵੀ ਸਾਡੀ ਗਿਣਤੀ ਗੁਰੂ ਕੇ ਸਿੱਖਾਂ ਦੇ ਨਾਲੋਂ ਕਿਤੇ ਵੱਧ ਹੈ। ਇਸ ਕਰਕੇ ਡਰਨ ਦੀ ਲੋੜ ਨਹੀਂ ਹੈ। ਕਾਹਲੀ ਦੇ ਨਾਲ ਸਿੱਧੇ ਜੰਗ ਦੇ ਮੈਦਾਨ ਦੇ ਵਿੱਚ ਵਧੋ ਤੇ ਜਿਹੜਾ ਅੱਗੇ ਅੜੇ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਕਰ ਦਵੋ ਜੀ। ਤੇ ਇਹ ਆਗਿਆ ਸੁਣ ਕੇ, ਹੁਕਮ ਸੁਣ ਕੇ ਲੱਲਾ ਬੇਗ ਦਾ ਤੇ ਸਾਰੇ ਗੁੱਸੇ ਦੇ ਵਿੱਚ ਆਏ ਔਰ ਇਹਨਾਂ ਨੇ ਆਪਣੇ ਸ਼ਸਤਰ ਉਠਾਏ ਹਨ ਤੇ ਕਹਿਣ ਲੱਗੇ ਹੁਣ ਇਹਨੇ ਆਪਣੀ ਜਿਹੜੀ ਟੇਢੀ ਪੱਗ ਹੈ ਦੁਬਾਰਾ ਕਾਹਲੀ ਦੇ ਨਾਲ ਬੰਨ੍ਹ ਕੇ ਲੱਲਾ ਬੇਗ ਤੇ ਕਾਹਲੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵੱਧ ਰਿਹਾ ਹੈ। ਤੇ ਇੱਕ ਨੇ ਫਰਲਾ ਪਿਛਾਂਹ ਨੂੰ ਲੰਮਾ ਲੱਕ ਵਾਲੇ ਪਾਸੇ ਛੱਡਿਆ ਹੋਇਆ ਹੈ ਤੇ ਬਹੁਤ ਸੁਰੱਖਿਆ ਵਾਲੇ ਆਪਣੇ ਬਚਾਓ ਵਾਸਤੇ ਜਿਹੜੇ ਵਸਤਰ ਹੋਰ ਪਹਿਨੇ ਹੋਏ ਹਨ ਤੇ ਜੰਗ ਦੇ ਮੈਦਾਨ ਵੱਲ ਵਧਿਆ ਹੈ। ਤੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਇਹਨਾਂ ਦੇ ਜਿਹੜੇ ਜਰਨੈਲ ਸਨ ਬਹੁਤ ਵੱਡਾ ਮਾਸ ਦਾ ਸੇਵਨ ਕਰਦੇ ਸਨ ਤੇ ਸਰੀਰ ਉਹਨਾਂ ਦੇ ਬਹੁਤ ਵੱਡੇ ਸਨ। ਅਮੇਖ ਪੱਖੀ ਅਦਕ ਹੀ ਬਹੁ ਕਰੇ ਆਹਾਰੇ, ਵੱਡਾ ਇਹ ਖਾਣਾ ਖਾਣ ਵਾਲੇ ਵੱਡੇ ਤਾਕਤਵਰ ਆਪਣੇ ਆਪ ਨੂੰ ਕਹਾਉਂਦੇ ਸਨ। ਤੇ ਕਹਿਣ ਲੱਗੇ ਨਾਲ ਹੀ ਇਹ ਜਿਹੜੇ ਯੋਧੇ ਸਨ ਇਹਨਾਂ ਨੂੰ ਸ਼ਰਾਬ ਦਾ ਜਿਹੜਾ ਪਿਆਲਾ ਹੈ, ਨਸ਼ਾ, ਉਹ ਰਾਤ ਵੀ ਦਿੱਤਾ ਗਿਆ ਸੀਗਾ ਤੇ ਹੁਣ ਚੱਲਣ ਲੱਗਿਆ ਫਿਰ
ਇਹਨਾਂ ਨੂੰ ਪਿਆਲੇ ਦੇ ਕਰਕੇ ਤੇ ਮਸਤ ਕੀਤਾ ਹੋਇਆ, ਸਰੀਰ ਕਰਕੇ ਬਹੁਤ ਬੜੀ ਹਨ ਤੇ ਨਸ਼ੇ ਦੇ ਵਿੱਚ ਮਸਤ ਹਨ, ਤਾਂ ਕਿ ਜਿਹੜੀ ਦਲੇਰੀ ਹੈ ਉਹ ਹੋਰ ਵੱਧ ਜਾਵੇ। ਇਸ ਕਰਕੇ ਅੱਗੇ ਲਗਾਤਾਰ ਨਸ਼ੇ ਦੇ ਵਿੱਚ ਤੇ ਹੰਕਾਰ ਦੇ ਵਿੱਚ ਅੱਗੇ ਵੱਧ ਰਹੇ ਹਨ। ਤੇ ਸਰੀਰ ਦੇ ਉੱਪਰ ਜਿਹੜੇ ਅੱਗੇ ਸੈਨਾਪਤੀ ਯੋਧੇ ਸਨ, ਉਹਨਾਂ ਨੇ ਬੜੇ ਕੀਮਤੀ ਰੇਸ਼ਮੀ ਚਿੱਟੇ ਕਈਆਂ ਨੇ ਜਿਹੜੇ ਲਿਬਾਸ ਲਿਸ਼ਕਵੇਂ ਧਾਰਨ ਕੀਤੇ ਹਨ। ਬਹੁਤੇ ਰਾਖੇ ਕਮਾਨ ਕੋ ਸਿਰ ਹਰਕਨੇ ਹੇਤਾ। ਤੇ ਕਹਿਣ ਲੱਗੇ ਜ਼ਿਆਦਾਤਰ ਬਹੁਤੇ ਰੱਖੇ ਕਮਾਨ ਕੋ, ਬਹੁਤ ਤਰ੍ਹਾਂ ਦੇ ਇਹਨਾਂ ਦੇ ਕੋਲ ਸ਼ਸਤਰ ਸਨ, ਪਰ ਇਹ ਜਿਹੜੇ ਯੋਧੇ ਸਨ ਜ਼ਿਆਦਾਤਰ ਆਪਣੇ ਮੋਢੇ 'ਤੇ ਵੱਡੀ ਜਿਹੜੀ ਕਮਾਨ ਰੱਖਦੇ ਸਨ। ਕਹਿਣ ਲੱਗੇ ਬਹੁਤੇ ਰੱਖੇ ਕਮਾਨ ਕੋ ਸਰ ਹਤਨੇ ਹੇਤ, ਦੁਸ਼ਮਣਾਂ ਦੇ ਸਿਰ ਫੋੜਨ ਵਾਸਤੇ। ਉਸ ਵੇਲੇ ਦੇ ਹਿਸਾਬ ਦੇ ਨਾਲ ਜਿਹੜੀ ਬੰਦੂਕ ਹੈ, ਬੰਦੂਕ ਦੇ ਵਿੱਚ ਪਹਿਲਾਂ ਗੋਲੀ ਭਰੀ ਜਾਏਗੀ, ਫਿਰ ਉਹਦਾ ਅੱਗ ਦਾ ਪ੍ਰਬੰਧ ਹੋਣਾ ਚਾਹੀਦਾ ਪਲੀਤਾ ਦਿਖਾਉਣ ਵਾਸਤੇ, ਜਾਂ ਹੋਰ ਕਈ ਤਰੀਕਿਆਂ ਦੇ ਨਾਲ ਜਿਹੜੀ ਗੋਲੀ ਹੈ ਜਾਂ ਗੋਲੇ ਉਹ ਚੱਲਦੇ ਸਨ। ਇੱਕ ਲੰਮਾ ਚੌੜਾ ਕੰਮ ਸੀਗਾ, ਪਰ ਉਹਦੇ ਮੁਕਾਬਲੇ ਜਿਹੜਾ ਤੀਰ ਹੈ ਇੱਕ ਸੌਖਾ ਸੀਗਾ, ਭੱਥੇ ਦੇ ਵਿੱਚੋਂ ਕੱਢ ਕੇ ਚਾੜ ਕੇ ਤੇ ਉਸ ਵੇਲੇ ਚਲਾ ਦੇਣਾ। ਇਹ ਗੋਲੀ ਦੇ ਨਾਲੋਂ ਵੀ ਚੰਗਾ ਜਿਹੜਾ ਹਥਿਆਰ ਉਹ ਤੀਰ ਕਮਾਨ ਸਮਝਿਆ ਜਾਂਦਾ ਸੀਗਾ। ਤੀਰ ਕਮਾਨ ਦਾ ਹੀ ਯੋਧੇ ਜ਼ਿਆਦਾ ਅਭਿਆਸ ਕਰਦੇ ਸਨ ਤੇ ਚਲਾਉਣਾ ਸੌਖਾ ਵੀ ਸੀਗਾ। ਕਹਿਣ ਲੱਗੇ ਇਸ ਕਰਕੇ ਇਹ ਜਿਹੜੇ ਵੱਡੇ ਯੋਧੇ ਹਨ, ਇਹਨਾਂ ਦੇ ਮੋਢਿਆਂ 'ਤੇ ਵੱਡੀਆਂ ਵੱਡੀਆਂ ਕਮਾਨਾਂ, ਜਰਨੈਲ ਅੱਗੇ ਵੱਧ ਰਹੇ ਹਨ। ਤੇ ਕਈਆਂ ਦੇ ਕੋਲ ਬੰਦੂਕਾਂ ਹਨ ਤੇ ਕਈਆਂ ਨੇ ਹੱਥਾਂ ਦੇ ਵਿੱਚ ਨੇਜੇ ਪਕੜੇ ਹੋਏ ਹਨ, ਤੇ ਕਈਆਂ ਨੇ ਮਿਆਨਾਂ ਦੇ ਵਿੱਚੋਂ ਤਲਵਾਰਾਂ ਗੁਰੂ ਕਾ ਦਲ ਨੇੜੇ ਜਾਣ ਕਰਕੇ ਤੇ ਬਾਹਰ ਕੱਢ ਲਈਆਂ, ਜਿਨ੍ਹਾਂ ਦੀਆਂ 2 ਧਾਰਾਂ ਸਨ, ਦੋਨਾਂ ਪਾਸਿਓਂ ਸਰੀਰਾਂ ਨੂੰ ਕੱਟ ਸਕਦੀਆਂ ਸਨ। ਤੇ ਕਹਿਣ ਲੱਗੇ ਇਹਨਾਂ ਦੇ ਕਮਰ ਕੱਸਿਆਂ ਦੇ ਵਿੱਚ ਕਟਾਰਾਂ ਸਨ, ਤਿੱਖੇ ਹਥਿਆਰ ਸਨ, ਤੇ ਆਪਣੀ ਆਪਣੀ ਬੋਲੀ ਇੱਕ ਦੂਜੇ ਨੂੰ ਲਲਕਾਰਦੇ ਹੋਏ ਬੜੀ ਤੇਜ਼ੀ ਦੇ ਨਾਲ ਅੱਗੇ ਵਧੇ ਹਨ। ਤੇ ਜਦੋਂ ਇਹ ਗੁਰੂ ਕੀ ਸੈਨਾ ਦੇ ਨੇੜੇ ਹੋਏ ਹਨ, 6ਵੇਂ ਪਾਤਸ਼ਾਹ ਜੀ ਦੇ ਨੇੜੇ ਵੱਧ ਰਹੇ ਹਨ, ਤੇ ਉਸੇ ਵੇਲੇ ਕੋਲ ਜਾਂਦਿਆਂ ਸਾਰੀ ਇਹਨਾਂ ਨੇ ਕਹਿਣ ਲੱਗੇ ਕਿ ਫਿਰ ਕਰਿਓ ਨੇਰੇ ਗੁਰਸੈਨ ਸੋ ਛੂਟਤ ਸਰ ਗੋੜੀ। ਤੇ ਥੋੜ੍ਹਾ ਜਿਹਾ ਜਦੋਂ ਦੂਰ ਸਨ, ਸਭ ਤੋਂ ਪਹਿਲਾਂ ਇਹਨਾਂ ਨੇ ਵੱਡਾ ਜਿਹੜਾ ਪ੍ਰਹਾਰ ਦਲ ਨੇ ਗੋਲੀਆਂ ਦੇ ਨਾਲ, ਬੰਦੂਕਾਂ ਦੇ ਨਾਲ ਕੀਤਾ ਹੈ। ਤੇ ਫਿਰ ਜਿਹੜੀ ਪਿਛਲੀ ਸੈਨਾ ਹੈ, ਬਹੁਤ ਵੱਡਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਜੋਸ਼ ਸੀਗਾ, ਤੇ ਦੂਜਾ ਜਿਹੜਾ ਦਲ ਪਠਾਨ ਦਾ, ਵੱਡੀ ਜਿਹੜੀ ਸੈਨਾ ਆਈ ਹੈ ਉਮੜ ਕੇ ਕਾਲੀ ਦੇ ਨਾਲ ਗੁਰੂ ਕੇ ਸਿੱਖਾਂ 'ਤੇ ਵੱਡਾ ਪ੍ਰਹਾਰ ਕਰਨ ਵਾਸਤੇ, ਤੇ ਰਾਤ ਜਿਹੜੀ ਹਾਰ ਹੋਈ ਹੈ ਉਹਦਾ ਬਦਲਾ ਲੈਣ ਵਾਸਤੇ। ਤੇ 6ਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਤੇ ਲਾਹੌਰ ਤੋਂ ਇਨਾਮ ਹਾਸਲ ਕਰਨ ਦਾ ਲਾਲਚ ਇਹਨਾਂ ਦੇ ਅੰਦਰ ਹੈ, ਤੇ ਹੰਕਾਰ ਦੇ ਵਿੱਚ ਸਤਿਗੁਰਾਂ ਦੀ ਸੈਨਾ ਨੂੰ ਖਤਮ ਕਰਨ ਵਾਸਤੇ ਇੱਕ ਦੂਜੇ ਤੋਂ ਅੱਗੇ ਚੱਲ ਰਹੇ ਹਨ। ਤੇ ਜਿਨ੍ਹਾਂ ਨੂੰ ਵੱਡੇ ਵੱਡੇ ਬਹਾਦਰ ਹੋਣ ਦੀ ਪਹਿਲੇ ਜੰਗਾਂ ਦੇ ਵਿੱਚ ਵਡਿਆਈ ਮਿਲੀ ਹੋਈ ਹੈ, ਤੇ ਬੜੇ ਇਹ ਐਲਾਨੀਏ ਯੋਧੇ ਸਨ, ਜਿਨ੍ਹਾਂ ਨੇ ਕਈ ਜੰਗ ਦੇ ਮੈਦਾਨ ਮਾਰੇ ਹੋਏ ਹਨ, ਜਿੱਤੇ ਹੋਏ ਹਨ, ਤੇ ਕਈ ਫੌਜ ਦਾ ਇਹਨਾਂ ਨੇ ਕਈ ਵਾਰ ਮੁਕਾਬਲਾ ਕੀਤਾ ਹੈ। ਇਹ ਜਿਹੜੇ ਬੜੀ ਕਹਿੰਦੇ ਕਹਾਉਂਦੇ ਸੂਰਮੇ ਅੱਗੇ ਲੱਗੇ ਹਨ, ਇਹਨਾਂ ਨੇ ਵੱਡਾ ਪ੍ਰਹਾਰ ਸ਼ੁਰੂ ਕੀਤਾ ਹੈ। ਸੂਰਤ ਬ੍ਰਿੰਦ ਤੁਫਾਨ ਕੋ ਚਾਹੇ ਮੇਲ ਦੁਹੇਲਾ। ਤੇ ਬਹੁਤ ਵੱਡਾ ਨੇੜੇ ਜਾ ਕਰਕੇ ਇਹਨਾਂ ਨੇ ਜਿਹੜਾ ਦੂਰ ਤੋਂ ਜਿਹੜੇ ਚਲਾਉਣ ਵਾਲੇ ਜਿਹੜੇ ਸ਼ਸਤਰ ਸਨ, ਉਹਨਾਂ ਦਾ ਪਹਿਲਾਂ ਜਿਉਂ-ਜਿਉਂ ਗੁਰੂ ਕੀ ਸੈਨਾ ਦੇ ਨਾਲ ਮੇਲ ਹੋ ਰਿਹਾ ਹੈ, ਨੇੜ ਹੋ ਰਿਹਾ ਹੈ, ਉਦੋਂ ਵੱਡਾ ਪ੍ਰਹਾਰ ਇਹਨਾਂ ਨੇ ਸ਼ੁਰੂ ਕੀਤਾ ਹੈ। ਤੇ ਮਾਰ ਲਵੋ, ਇੱਕਦਮ ਵੱਡਾ ਹਮਲਾ ਕਰੋ। ਜਰਨੈਲ ਆਪਣੇ ਵੱਖਰੇ ਵੱਖਰੇ ਦਲਾਂ ਨੂੰ, ਯੋਧਿਆਂ ਨੂੰ ਲਲਕਾਰ ਰਹੇ ਸਨ ਕਿ ਗੁਰੂ ਕੇ ਸਿੱਖ ਹੁਣ ਪਿੱਛੇ ਨਾ ਹਟ ਜਾਣ। ਇੱਕ ਦੂਜੇ ਨੂੰ ਲਲਕਾਰ ਕੇ ਤੇ ਵੱਡਾ ਹਮਲਾ ਕਰ ਰਹੇ ਹਨ। 10,000 ਦੀ ਗਿਣਤੀ ਹੈ ਤੇ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੇ ਹਨ। ਤੇ ਜਦੋਂ ਧੂੜ ਉੱਡਦੀ ਹੋਈ ਨਗਾਰਿਆਂ ਦੀ ਆਵਾਜ਼ ਤੇ ਜ਼ੋਰਦਾਰ ਜਦੋਂ ਗੋਲੀਆਂ ਚੱਲੀਆਂ ਹਨ, ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਲ ਵੀ ਪਹਿਲਾਂ ਹੀ ਸੁਚੇਤ ਹੈ। ਸਤਿਗੁਰ ਕਰ ਸ਼ੀਘਰਤਾ ਢਿਗ ਜੋਧ ਹਕਾਰਾ,
ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਾ ਦਲ ਇਕੱਠਾ ਆਉਂਦਾ ਹੋਇਆ ਦੇਖਿਆ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਸ ਵੇਲੇ ਇੱਕ ਨੀਤੀ ਬਣਾਈ ਹੈ। ਛੇਵੇਂ ਪਾਤਸ਼ਾਹ ਜੀ ਨੇ ਕਾਲੀ ਦੇ ਨਾਲ ਰਾਏ ਜੋਧ ਜਿਹੜਾ ਵੱਡਾ ਜਰਨੈਲ ਹੈ ਪਾਤਸ਼ਾਹ ਜੀ ਦਾ, ਉਹਨੂੰ ਸਤਿਗੁਰਾਂ ਨੇ ਕੋਲ ਬੁਲਾਇਆ ਹੈ ਤੇ ਸਤਿਗੁਰਾਂ ਨੇ ਬਚਨ ਕੀਤਾ, ਹੇ ਰਾਏ ਜੋਧ ਸ਼ਾਹ, ਅੱਧੀ ਜਿਹੜੀ ਫੌਜ ਹੈ ਸਾਡੀ ਤਕਰੀਬਨ 4000 ਤੋਂ ਗਿਣਤੀ ਥੋੜ੍ਹੀ ਜਿਹੀ ਘਟ ਚੁੱਕੀ ਹੈ ਰਾਤ ਦਾ ਜੰਗ ਕਰਨ ਕਰਕੇ। ਕਹਿਣ ਲੱਗੇ ਅੱਧੀ ਫੌਜ ਲੈ ਕਰਕੇ ਅਰਧ ਚਮੂ ਨਿਜ ਸੰਗ ਲੈ ਖੂਜੇ ਅਬ ਨਿਆਰਾ। ਪਾਤਸ਼ਾਹ ਜੀ ਨੇ ਬਚਨ ਕੀਤਾ, ਅੱਧੀ ਫੌਜ ਸਾਡੇ ਤੋਂ ਵੱਖ ਕਰਕੇ ਤੁਸੀਂ ਦੂਸਰਾ ਦਲ ਬਣਾ ਲਵੋ ਜੀ। ਅਸੀਂ ਸਾਹਮਣਾ ਆ ਰਿਹਾ ਜਿਹੜਾ ਦਲ ਹੈ ਇਹਦੇ ਨਾਲ ਸਿੱਧਾ ਟਾਕਰਾ ਕਰਾਂਗੇ। ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਇਹਨਾਂ ਦਾ ਜਿਹੜਾ ਵੱਡਾ ਹੱਲਾ ਹੈ, ਸਤਿਗੁਰਾਂ ਨੇ ਬਚਨ ਕੀਤਾ, ਹਮ ਸਨਮੁਖ ਇਸ ਲੜेंगे ਝਾਲੇ ਵੱਡ ਹੇਲਾ। ਅਸੀਂ ਇਹਨਾਂ ਦਾ ਵੱਡਾ ਹੱਲਾ ਜਿਹੜਾ ਉਹ ਅਸੀਂ ਝੱਲਾਂਗੇ ਤੇ ਤੁਸੀਂ ਅੱਧੀ ਸੈਨਾ ਲੈ ਕਰਕੇ ਇੱਕ ਪਿੱਛੋਂ ਦੀ ਹੋ ਕੇ ਪਾਸਿਓਂ ਦੀ ਦੱਖਣ ਵਾਲੇ ਪਾਸੇ ਜਾ ਕਰਕੇ। ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਹੈ ਜਿਹੜਾ ਲੰਮਾ ਦਲ ਆ ਰਿਹਾ ਹੈ ਇਹਦੇ ਉੱਪਰ ਇੱਕ ਪਾਸੇ ਤੋਂ ਵੱਡਾ ਹਮਲਾ ਕਰਕੇ ਇਹਨਾਂ ਦੀ ਸੈਨਾ ਦਾ ਧਿਆਨ ਖਦੇੜ ਦਿਓ ਤੇ ਆਪਸ ਦੇ ਵਿੱਚ ਇਹਨਾਂ ਨੂੰ ਵੰਡ ਦਿਓ ਤੇ ਇੱਕ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦਾ ਜਿਹੜਾ ਦਲ ਹੈ ਉਹਨੂੰ ਤੋੜੋ। ਇੱਕ ਜਗ੍ਹਾ ਤੋਂ ਜਾ ਕਰਕੇ ਇੱਕ ਪਾਸੇ ਤੋਂ ਵੱਡਾ ਹਮਲਾ ਇਹਨਾਂ ਦੇ ਉੱਪਰ ਕਰੋ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਹੁਕਮ ਕੀਤਾ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੁਣ ਕੇ ਰਾਏ ਜੋਧ ਨੇ ਬੇਨਤੀ ਕੀਤੀ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸੂਰਜ ਦੀ ਤਰ੍ਹਾਂ ਹੋ। ਸਤਿਗੁਰੂ ਜੀ, ਜਿਵੇਂ ਸੂਰਜ ਚੜ੍ਹਦਾ ਹੈ ਤੇ ਹਨੇਰਾ ਚਲਿਆ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਇਹ ਲੋਕ ਹਨੇਰੇ ਦੀ ਤਰ੍ਹਾਂ ਹੈ, ਤੁਹਾਡੇ ਸਾਹਮਣੇ ਖੜ ਨਹੀਂ ਸਕਣਗੇ। ਜਿਸ ਤਰ੍ਹਾਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਦੌੜ ਜਾਂਦਾ ਹੈ, ਇਹ ਵੀ ਦੌੜ ਜਾਣਗੇ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਸਾਹਮਣੇ ਤਾਂ ਇਹ ਹਿਰਨਾਂ ਦੀ ਤਰ੍ਹਾਂ ਹਨ। ਵੱਡੇ ਹਾਥੀ ਵੀ ਜਿਹੜੇ ਜੰਗਲ ਦੇ ਵਿੱਚ ਹੁੰਦੇ ਹਨ ਤੇ ਪਰ ਪਾਤਸ਼ਾਹ ਜਦੋਂ ਜੰਗਲ ਦਾ ਰਾਜਾ ਸ਼ੇਰ ਕਹਿਰ ਕੇ ਸਨਮੁਖ ਅਰੇ ਹੋਏ ਸਕੇ ਨਾ ਨੇਰੇ। ਜਦੋਂ ਸ਼ੇਰ ਗਰਜਦਾ ਹੈ ਤੇ ਸ਼ੇਰ ਦੀ ਗਰਜ ਦੇ ਸਾਹਮਣੇ ਜੰਗਲ ਦਾ ਕੋਈ ਵੀ ਦੂਸਰਾ ਜਾਨਵਰ ਖੜਦਾ ਨਹੀਂ ਹੈ, ਦੌੜ ਜਾਂਦਾ ਹੈ, ਭਾਵੇਂ ਸਰੀਰ ਕਰਕੇ ਵੀ ਵੱਡਾ ਹੋਵੇ। ਗਰੀਬ ਨਿਵਾਜ ਸਤਿਗੁਰੂ ਜੀ, ਇਹ ਸਾਰੇ ਹਿਰਨਾਂ ਦੀ ਤਰ੍ਹਾਂ ਹਨ ਤੇ ਸਤਿਗੁਰੂ ਜੀ ਤੁਹਾਡਾ ਬਲ ਸ਼ੇਰ ਦੇ ਵਾਂਗ ਹੈ। ਤੇ ਉਸ ਵੇਲੇ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਕਹਿ ਚਰਨ ਸਰੋਜ ਕੇ ਮ੍ਰਿਦ ਚਾਰ ਬਿਲੋਕਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਸਿਫਤ ਰਾਏ ਜੋਧ ਨੇ ਸਤਿਗੁਰਾਂ ਦੇ ਬਲ ਦੀ ਕੀਤੀ ਹੈ। ਗਰੀਬ ਨਿਵਾਜ, ਤੁਸੀਂ ਜਿਤਨੇ ਵੱਡੇ ਬਲੀ ਹੋ ਪਾਤਸ਼ਾਹ ਜੀ, ਇਹ ਤੁਹਾਡੇ ਸਾਹਮਣੇ ਕੁਛ ਵੀ ਨਹੀਂ। ਵੱਡੀ ਸਿਫਤ ਰਾਏ ਜੋਧ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਦਾ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਘੋੜਾ ਰੋਕ ਕੇ ਇੱਕ ਵਾਰੀ ਰਾਏ ਜੋਧ ਨੇ ਅੱਧਾ ਦਲ ਵੱਖਰਾ ਕਰਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਆਸ਼ੀਰਵਾਦ ਲਿਆ ਹੈ ਤਾਂ ਕਿ ਜਿਹੜੀ ਵਿਰੋਧੀ ਸੈਨਾ ਹੈ ਉਹਦਾ ਦਲ ਖਦੇੜ ਦਿੱਤਾ ਜਾਵੇ। ਤੇ ਕਹਿਣ ਲੱਗੇ ਦੂਸਰਾ ਜਿਹੜਾ ਦਲ ਰਾਏ ਜੋਧ ਨੇ ਬਣਾਇਆ ਹੈ, ਦਵੈ ਸਹੰਸਰ 2000, ਕੁਛ ਨੂਨ ਭੱਟ ਥੋੜੇ ਜੇ ਇਹਦੇ ਤੋਂ ਘੱਟ ਗਿਣਤੀ ਹੈ, ਲੈ ਕਰ ਹੋਏ ਨਿਆਰੋ, ਇਹ ਆਪਣਾ ਦਲ ਲੈ ਕਰਕੇ ਵੱਖਰਾ ਹੋ ਗਿਆ ਹੈ। ਤੇ ਉਸ ਵੇਲੇ ਫਿਰ ਜ਼ੋਰ ਦੇ ਨਾਲ ਕਾਲੀ ਦੇ ਨਾਲ ਇੱਕ ਪਾਸੇ ਦੀ ਜਾ ਕਰਕੇ ਤੇ ਇੱਕ ਸਾਈਡ ਤੇ ਹੋ ਕਰਕੇ ਵੱਡਾ ਜਿਹੜਾ ਹਮਲਾ ਹੈ ਇਹਨੇ ਰਾਏ ਜੋਧ ਨੇ ਦੁਸ਼ਮਣਾਂ ਦੀ ਫੌਜ ਦੇ 10,000 ਦੇ ਉੱਪਰ ਕਰ ਦਿੱਤਾ ਹੈ। ਸੈਨਾ ਕਪੀ ਨਾਲ ਦੇਣਾ
ਤੇ ਕਹਿਣ ਲੱਗੇ ਜਿਉਂ ਸੈਨਾ ਦੇ ਨੇੜੇ ਗਿਆ ਹੈ ਰਾਏ ਜੋਧ, ਉਸੇ ਵੇਲੇ ਇਹਦੇ ਜਿਹੜੇ ਨੇਤਰ ਉਹ ਲਾਲ ਹੋ ਗਏ ਹਨ ਤੇ ਕਾਲੀ ਦੇ ਨਾਲ ਇਹਨੇ ਵੀ ਸਭ ਤੋਂ ਪਹਿਲਾਂ ਗੋਲੀਆਂ ਦੇ ਨਾਲ ਵੱਡਾ ਜਿਹੜਾ ਵਾਰ ਕੀਤਾ। ਪਰੀ ਮਾਰ ਗੋਰੀ, ਕਹਿਣ ਲੱਗੇ ਬੰਦੂਕਾਂ ਚਲਾਈਆਂ, ਗੋਲੀਆਂ ਦੇ ਨਾਲ ਵੱਡੀ ਮਾਰ ਪਈ ਹੈ ਤੇ ਬਹੁਤ ਵੱਡੀ ਹਲਚਲ ਦੁਸ਼ਮਣਾਂ ਦੀ ਦਲ ਦੇ ਵਿੱਚ ਮੱਚੀ ਹੈ। ਸਾਹਮਣੇ ਜਾ ਰਹੇ ਸਨ, ਇੱਕ ਪਾਸੇ ਤੋਂ ਵੱਡੇ ਦਲ ਨੇ ਆ ਕੇ ਹਮਲਾ ਕਰ ਦਿੱਤਾ ਹੈ। ਕਹਿਣ ਲੱਗੇ ਇੱਕ ਦੂਜੇ ਨੂੰ ਸੰਭਾਲ ਰਹੇ ਹਨ, ਅੱਗੇ ਵੱਧਦੇ ਹਨ ਤੇ ਉਸੇ ਵੇਲੇ ਫਿਰ ਜਿਹੜੇ ਵੀਰ ਸੂਰਮੇ ਸਨ ਸਿੱਧੇ ਛਾਤੀਆਂ ਡਾ ਡਾ ਕੇ ਇੱਕ ਦੂਜੇ ਦੇ ਉੱਪਰ ਵਾਰ ਕਰਨ ਲੱਗ ਪਏ। ਮੱਚੇ ਵੀਰ ਧੀਰਾ ਚੱਲੇ ਖੱਗ ਤੀਰਾ, ਖੰਭਾਂ ਵਾਲੇ ਜਿਹੜੇ ਤੀਰ ਤਿੱਖੇ ਇੱਕ ਦੂਜੇ ਦੇ ਉੱਪਰ ਚਲਾਉਣੇ ਸ਼ੁਰੂ ਕੀਤੇ ਹਨ ਤੇ ਕਹਿਣ ਲੱਗੇ ਉਸੇ ਵੇਲੇ ਲਾਗੇ ਆ ਕੇ ਤੇ ਗੋਲੀਆਂ ਸਿੱਧੀਆਂ ਕਰ ਕਰਕੇ ਬੰਦੂਕਾਂ ਤੇ ਜਦੋਂ ਮੇਲ ਹੋਇਆ ਨੇੜੇ ਆਏ ਹਨ ਦਲ, ਵੱਡਾ ਪ੍ਰਹਾਰ ਕੀਤਾ ਹੈ। ਭਇਓ ਪੂਰਾ ਹਿੱਲਾ, ਵੱਡੇ ਦਲ ਇੱਕ ਦੂਜੇ ਦੇ ਉੱਪਰ ਟੁੱਟ ਪਏ ਹਨ ਤੇ ਵੱਡਾ ਜਿਹੜਾ ਰੌਲਾ ਹੈ ਨਗਾਰਿਆਂ ਦੇ ਉੱਪਰ ਲਗਾਤਾਰ ਚੋਟ ਸਾਰੇ ਦਲਾਂ ਦੇ ਵਿੱਚੋਂ ਵੱਜ ਰਹੀ ਹੈ। ਮਚਿਓ ਰੌਰ ਭਾਰੀ ਬਕੈ ਮਾਰ ਮਾਰੀ, ਇੱਕ ਦੂਜੇ ਨੂੰ ਲਲਕਾਰ ਰਹੇ ਹਨ। ਯੋਧੇ ਜਿਹੜੇ ਅੱਗੇ ਲੱਗੇ ਹੋਏ ਸਨ ਬਕ ਰਹੇ ਸਨ, ਉੱਚੀ ਉੱਚੀ ਬੋਲ ਰਹੇ ਸਨ ਕਿ ਭਾਈ ਮਾਰ ਲਓ, ਖਤਮ ਕਰ ਦਵੋ ਜੀ। ਤੇ ਕਈਆਂ ਨੂੰ ਯੋਧਿਆਂ ਨੇ ਛਾਤੀ ਦੇ ਵਿੱਚ ਇੰਨੀ ਜ਼ੋਰ ਦੇ ਨਾਲ ਨੇਜਾ ਖਵੋਇਆ ਹੈ, ਧਰਤੀ ਤੇ ਡੇਗ ਦਿੱਤਾ ਤੇ ਉੱਥੇ ਹੀ ਉਹਨਾਂ ਦਾ ਆਸਣ ਲਾ ਦਿੱਤਾ ਹਮੇਸ਼ਾ ਸੌਣ ਵਾਸਤੇ। ਤੇ ਕਹਿਣ ਲੱਗੇ ਕਿ ਉਸ ਵੇਲੇ ਫਿਰ ਬਚਨ ਕੀਤਾ, ਕਹਿਣ ਲੱਗੇ ਕਿ ਭਾਈ ਕਿ ਸਾਰੀ ਸੰਭਾਰੀ ਕੇ ਉੱਚੇ ਉਭਾਰੀ। ਕਈਆਂ ਨੇ ਹੱਥ ਦੇ ਵਿੱਚ ਵਰਸ਼ਾ ਲਿਆ ਹੈ ਤੇ ਬਾਂਹ ਉਤਾਣ ਨੂੰ ਕਰਕੇ ਜ਼ੋਰ ਦੇ ਨਾਲ ਨਿਸ਼ਾਨਾ ਬੰਨ੍ਹ ਕੇ ਮਾਰਦੇ ਹਨ ਤੇ ਸਿੱਧੇ ਜਾ ਜਾ ਕੇ ਇਹ ਵਰਸ਼ੇ ਇਹ ਤੀਰ ਤੇ ਸੱਪ ਦੇ ਬੱਚੇ ਦੇ ਵਾਂਗ ਤੇਜ਼ੀ ਦੇ ਨਾਲ ਫੁਰਤੀ ਦੇ ਨਾਲ ਜਾ ਕੇ ਮੱਥੇ ਦੇ ਵਿੱਚ ਕਿਸੇ ਦੀ ਛਾਤੀ ਦੇ ਵਿੱਚ ਵੱਜਦੇ ਹਨ ਤੇ ਤਿੱਖੇ ਤਿੱਖੇ ਤੀਰ ਦੋਨਾਂ ਦਲਾਂ ਦੇ ਵਿੱਚੋਂ ਜਦੋਂ ਅਜੇ ਦਲ ਥੋੜੇ ਥੋੜੇ ਦੂਰ ਰਹਿ ਗਏ ਹਨ ਤੇ ਉਦੋਂ ਫਿਰ ਵੱਡਾ ਜਿਹੜਾ ਸਭ ਤੋਂ ਪਹਿਲਾਂ ਯੁੱਧ ਹੈ ਗੋਲੀਆਂ ਤੋਂ ਬਾਅਦ ਤੀਰਾਂ ਦਾ ਮਚਿਆ ਹੈ ਤੇ ਕਹਿਣ ਲੱਗੇ ਕਿ ਹੁਣ ਕਿਹਨੂੰ ਫੇਰ ਕਹਿਣ ਲੱਗੇ ਤੇ ਤੀਰ ਜਿਹੜੇ ਸਨ ਜਾਂ ਵਰਸ਼ੇ ਅੰਗਾਂ ਤੋਂ ਪਾਰ ਹੋ ਗਏ, ਪਰੇ ਪਾਰ ਅੰਗਾ ਗਿਰੇ ਪ੍ਰਾਣ ਭੰਗਾ। ਤੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਵਰਸ਼ਿਆਂ ਦਾ ਤੀਰਾਂ ਦਾ ਵਾਰ ਖਾਂਦੇ ਸਨ, ਪ੍ਰਾਣਾ ਤੋਂ ਹੀਣੇ ਹੋ ਕੇ ਧਰਤੀ ਤੇ ਮਿੱਟੀ ਦੇ ਵਿੱਚ ਮਿਲ ਜਾਂਦੇ ਹਨ ਤੇ ਕਿਸੇ ਨੇ ਨਿਸ਼ਾਨਾ ਬੰਨ ਬੰਨ ਕੇ ਆਪਣੀ ਯੁੱਧ ਵਿਦਿਆ ਦਾ ਜ਼ੋਰ ਦਿਖਾਉਂਦਿਆਂ ਹੋਇਆ ਐਸਾ ਨਿਸ਼ਾਨਾ ਲਿਆ ਹੈ ਕਿਨੂੰ ਛੋਰ ਗੋਰੀ ਰਿਪੂ ਦੇ ਫੋਰੀ। ਤੇ ਦੁਸ਼ਮਣਾਂ ਦਾ ਜਿਹੜਾ ਸਿਰ ਹੈ ਉਹਨੂੰ ਫੋੜ ਦਿੱਤਾ ਹੈ ਗੋਲੀਆਂ ਦੇ ਨਿਸ਼ਾਨਿਆਂ ਦੇ ਨਾਲ ਤੇ ਕਈ ਕਾਲੀ ਦੇ ਨਾਲ ਜ਼ੋਰ ਦੇ ਨਾਲ ਘੋੜਾ ਦੜਾਉਂਦੇ ਹਨ ਤੇ ਇੱਕੇ ਦਮ ਖੰਡੇ ਦੇ ਨਾਲ ਜ਼ੋਰਦਾਰ ਵਾਰ ਕਰਦੇ ਹਨ ਤੇ ਕਈ ਮੋਢਿਆਂ ਦੇ ਉੱਪਰ ਵਾਰ ਕਰਕੇ ਤੇ ਬਾਂਹ ਹੀ ਧੜ ਦੇ ਨਾਲੋਂ ਅਲੱਗ ਕਰ ਦਿੰਦੇ ਹਨ ਤੇ ਧੱਕਾ ਧੱਕ ਭੇਰੇ ਨੇੜੇ ਹੋ ਕੇ ਕਈ ਹੱਥੋਂ ਪੱਤੀ ਤੇ ਧੱਕੋ ਧੱਕੀ ਹੋ ਜਾਂਦੇ ਹਨ ਤੇ ਕਈਆਂ ਦੇ ਹੱਥ ਜੰਗ ਦੇ ਮੈਦਾਨ ਦੇ ਵਿੱਚ ਵੱਡਾ ਵਾਰ ਲੱਗਣ ਕਰਕੇ ਕੱਟੇ ਗਏ, ਕੱਟੇ ਪਾਏ ਹੱਥਾਂ। ਕਹਿਣ ਲੱਗੇ ਫਿਰ ਹੱਥਾਂ ਤੋਂ ਹੀਣੇ ਹੋ ਗਏ ਤ੍ਰਿਖੀ ਤੇਗ ਸਾਥਾ। ਤਿੱਖੀਆਂ ਤਿੱਖੀਆਂ ਤੇਗਾਂ ਜਦੋਂ ਵੱਜਦੀਆਂ ਹਨ ਤੇ ਉਹ ਹੱਥਾਂ ਤੇ ਬਾਹਾਂ ਤੇ ਵਾਰ ਕਰਕੇ ਹੱਥ ਹੀ ਅਲੱਗ ਕਰ ਦਿੰਦੇ ਹਨ ਤੇ ਕਹਿਣ ਲੱਗੇ ਇਸੇ ਤਰ੍ਹਾਂ ਫਿਰ ਵੱਡੇ ਵਾਰ ਹੋਣ ਕਰਕੇ ਖੰਡਿਆਂ ਦੇ ਕਿਸੀ ਤੁੰਡ ਖੰਡਾ ਤੇ ਕੋਈ ਖੰਡੇ ਦੇ ਵਾਰ ਲੱਗਣ ਦੇ ਕਾਰਨ ਤੁੰਡਾ ਹੋ ਗਿਆ ਹੈ, ਹੱਥਾਂ ਤੋਂ ਹੀਣਾ ਹੋ ਗਿਆ ਹੈ, ਲੱਗੇ ਦੀ ਖੰਡਾ। ਐਸੇ ਸਰੀਰਾਂ ਤੇ ਵਾਰ ਹੋਏ ਹਨ ਤੇ ਉਸੇ ਵੇਲੇ ਥੋੜੇ ਕੁ ਸਮੇਂ ਦੇ ਵਿੱਚ ਬੇਅੰਤ ਜਿਹੜੇ ਯੋਧੇ ਸਨ ਕਿਸੇ ਦੇ ਅੰਗ ਵੱਖਰੇ ਹੋ ਗਏ ਹਨ, ਕਿਸੇ ਦਾ ਸਰੀਰ ਚੀਰਿਆ ਗਿਆ ਹੈ, ਕਿਸੇ ਦੀ ਛਾਤੀ ਦੇ ਵਿੱਚ ਤੀਰ ਲੱਗਿਆ ਹੈ, ਕਿਸੇ ਦੀ ਵਰਸ਼ੀ। ਤੇ ਕਹਿਣ ਲੱਗੇ ਹੁਣ
ਕਈਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਭੈ ਡਰ ਪੈਦਾ ਹੋ ਗਿਆ ਹੈ ਅਤੇ ਬਹੁਤ ਵੱਡਾ ਦੋਨਾਂ ਦਲਾਂ ਦੇ ਉੱਪਰੋਂ ਇੱਕ ਦੂਜੇ 'ਤੇ ਪ੍ਰਹਾਰ ਹੋਇਆ ਹੈ। ਜੰਗ ਦਾ ਮੈਦਾਨ ਬੜੀ ਛੇਤੀ ਭਖ ਗਿਆ ਹੈ। ਦਲ ਟੁੱਟ ਕੇ ਇੱਕ ਦੂਜੇ ਦੇ ਉੱਪਰ ਪੈ ਗਏ ਹਨ। ਅਖੀਰਲਾ ਜਿਹੜਾ ਪ੍ਰਸੰਗ ਹੈ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ। ਅਖੀਰਲਾ ਦਲ ਬਾਦਸ਼ਾਹ ਦੀ ਸੈਨਾ ਦਾ ਕਿਵੇਂ ਸਤਿਗੁਰਾਂ ਦੇ ਉੱਪਰ ਟੁੱਟਿਆ ਹੈ ਅਤੇ ਛੇਵੇਂ ਪਾਤਸ਼ਾਹ ਜੀ ਨੇ ਕਿਵੇਂ ਅੱਗੋਂ ਹਮਲਾ ਕਰਕੇ ਅਤੇ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦਾ ਮੁਕਾਬਲਾ ਕੀਤਾ ਹੈ। ਅਗਲੇਰੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਸਾਰੇ ਹਾਜ਼ਰੀ ਭਰ ਰਹੇ ਹਾਂ। ਆਓ ਰੋਜ਼ਾਨਾ ਦੀ ਤਰ੍ਹਾਂ ਕੁਝ ਕੁ ਸਮਾਂ ਅਸੀਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਜਗਤ ਜਲੰਦੇ ਦੀ ਭਲੇ ਵਾਸਤੇ, ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ। ਭਾਵਨਾ ਸਹਿਤ ਸਾਰੀ ਸੰਗਤ ਇਕਾਗਰਤਾ ਦੇ ਨਾਲ ਆਓ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।